ਉਹਦਾ ਡੈਡੀ ਜਿਹੜਾ ਗੁਰਮੇਲ ਸਿੰਘ ਆ ਵਾਸੀ USA, ਉਹ 7 ਮੈਂਬਰੀ ਕਮੇਟੀ ਜਿਹੜੀ ਸਰਸੇ ਵਾਲੇ ਦੀ ਸੀ ਉਹਦਾ ਮੈਂਬਰ ਆ। ਇਹਦੇ ਜਿਹੜੇ ਸਹੁਰੇ ਆ ਉਹ ਬਹੁਤ ਵੱਡੇ ਪ੍ਰੇਮੀ ਆ, ਬਠਿੰਡੇ ਵਿਆਹਿਆ ਹੋਇਆ ਆਦਰਸ਼ ਨਗਰ ਦੇ ਵਿੱਚ। ਇਹਦੀ ਜਿਹੜੀ ਪਤਨੀ ਆ ਉਹਦੀ PhD ਕੀਤੀ ਹੈ, ਇਹ 5 ਪਾਸ ਆ। ਇਹੋ ਜਿਹੇ ਨਿੱਲ ਬੰਦੇ ਨੂੰ ਆਪਦੀ ਕੋਈ ਘਰ ਕੁੜੀ ਕਿਵੇਂ ਦੇ ਦੂਗਾ? ਤੇ ਕੁੜੀ ਤਾਂ ਫਿਰ ਬਾਬੇ ਦੇ ਕਹਿਣ ਤੇ ਹੀ ਦਊਗੇ ਨਾ। ਬਾਬਿਆਂ ਦਾ ਹੁਕਮ ਹੋ ਗਿਆ, ਕਹਿਣਗੇ ਪਿਤਾ ਜੀ ਦਾ ਹੁਕਮ ਆ ਵੀ ਇਹਦੇ ਨਾਲ ਵਿਆਹ ਦੋ, ਤੇ ਵਿਆਹਤੀ ਹੋਣੀ ਤੇ ਤਾਂ ਵਿਆਹ ਹੀ ਸਰਸੇ ਹੋਇਆ ਉਹਨਾਂ ਦੀ ਮਰਿਆਦਾ ਅਨੁਸਾਰ। ਮਾਮਾ ਬਾਲ ਸਿੰਘ ਉਹ ਇਹਦੇ ਪਿੱਛੇ ਆਇਆ ਸੀ। ਸਵਾਲ ਖੜਾ ਹੋ ਗਿਆ ਵੀ ਉਹਨੂੰ ਕਿਵੇਂ ਪਤਾ ਲੱਗ ਗਿਆ ਬੰਦਾ ਫੜਿਆ ਗਿਆ? ਜਦੋਂ ਬੰਦੇ ਦਾ 12:17 ਤੇ ਫੋਨ ਇੱਥੇ ਬੰਦ ਹੋ ਗਿਆ ਤੇ ਉਹਦੇ ਮਾਮੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਬੰਦਾ ਸਾਡਾ ਫੜਿਆ ਗਿਆ? ਉਹਨੇ ਸਾਨੂੰ ਦੱਸਿਆ 13 ਤਰੀਕ ਨੂੰ ਵੀ ਯਾਰ ਆਪਣੇ ਮੁੰਡੇ ਤੋਂ ਨਾ ਭਾਣਜੇ ਤੋਂ ਪਰਮਜੀਤ ਤੋਂ ਬੇਅਦਬੀ ਹੋ ਗਈ, ਉਹਨੇ ਸਰਟੀਫਿਕੇਟ ਉੱਤੇ ਸਿੱਟਤੀ। ਇਹਦਾ ਮਤਲਬ ਮਾਮੇ ਨੂੰ ਵੀ ਇਸ ਚੀਜ਼ ਦਾ ਪਤਾ, ਤੇ ਮਾਮੇ ਨੇ ਇਹ ਗੱਲ 9-10 ਵਜੇ ਦੇ ਨੇੜੇ ਉਹਦੇ ਨਾਲ ਕੀਤੀ ਹੋਈ ਆ। ਇਹਨੇ ਅੰਮ੍ਰਿਤ ਛਕਿਆ 5 ਤਰੀਕ ਨੂੰ 3:28 ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ। ਇਹਨੂੰ ਸਾਨੂੰ ਜਿਹੜੇ ਬੰਦੇ ਨੇ ਇਹਦੇ ਨਾਲ ਫੋਟੋ ਖਿਚਾਈ ਆ ਉਹ ਵੀ ਚਾਹੀਦਾ, ਜਿਹੜੇ ਬੰਦੇ ਨੇ ਇਸ਼ਾਰਾ ਕੀਤਾ ਦਰਬਾਰ 'ਚ ਉਹ ਵੀ ਲੱਭੋ ਕਿੱਥੇ ਆ। ਇਹਦੀ ਘਰ ਵਾਲੀ ਵੀ ਚਾਹੀਦੀ ਸਾਨੂੰ। ਜੇ ਅਸੀਂ ਆਪਦੇ ਪੰਥ ਨੂੰ, ਆਪਦੇ ਜਨਮ ਭੂਮੀ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ, ਆਪਦੇ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਨੂੰ ਬਚਾਉਣਾ ਵਾ, ਤੇ ਸਾਨੂੰ ਬਹੁਤ ਦੂਰ ਤੱਕ ਤਬਦੀਸ਼ ਚਾਹੀਦੀ ਆ। ਬੰਦੇ ਦਾ ਰਿਮਾਂਡ 4 ਦਿਨ ਨਹੀਂ ਚਾਹੀਦਾ, ਉਹ ਬੰਦੇ ਦਾ ਰਿਮਾਂਡ ਸਾਨੂੰ 1 ਮਹੀਨਾ ਚਾਹੀਦਾ। ਗੱਡੀ ਦੀ ਚਾਬੀ ਮੈਂ ਤਾਂ ਰੱਖ ਗਈ ਤਾਂ ਜੋ ਬੱਸ ਚੜ੍ਹ ਕੇ ਆ ਜਾਵਾਂਗਾ। ਮੈਂ ਕਿਹਾ ਕਿਵੇਂ ਬੱਸ ਚੜ੍ਹ ਕੇ ਆ ਜਾਵਾਂਗਾ? ਕਹਿੰਦਾ ਮੈਨੂੰ ਇਹ ਸੀ ਵੀ ਮੈਨੂੰ ਸੇਵਾਦਾਰ ਉੱਥੇ ਸਵੇਰੇ 4 ਹੋਣਗੇ, ਫੜਨਗੇ, ਉਹਨਾਂ ਨੂੰ ਗੁੱਸਾ ਆਊਗਾ, ਉਹ ਮੈਨੂੰ ਕੁੱਟਣਗੇ, ਮਾਰਨਗੇ, ਤੇ ਚੱਲ ਛੱਡ ਦੇਣਗੇ। ਮਾਫੀ ਮੰਗਾ ਕੇ ਮੈਂ ਮਾਫੀ ਮੰਗ ਲੂੰਗਾ ਤੇ ਮੈਂ ਚੜ੍ਹਿਆ ਆਊਂਗਾ। ਮੈਨੂੰ ਕੀ ਪਤਾ, ਕਹਿੰਦਾ ਏਡਾ ਵੱਡਾ ਕੰਮ ਹੋ ਜਾਊਗਾ। ਇਹਦੇ ਸਾਹਮਣੇ ਇੱਥੇ ਦੂਜਾ ਬੰਦਾ, ਇਹਨੇ ਕੀ ਕੀਤਾ, ਐਨਕਾਂ ਲਾ ਕੇ ਪੱਟ ਥੱਲੇ ਰੱਖ ਲਈਆਂ। ਫਿਰ ਇਹ ਬੰਦੇ ਨੇ ਇਹਨੂੰ ਉਧਰੋਂ ਵੇਖ ਕੇ ਤੇ ਇੱਧਰ ਵੇਖ ਕੇ ਇਸ਼ਾਰਾ ਕਰਤਾ ਵੀ ਕੋਈ ਨਹੀਂ। ਇਹ ਬੰਦਾ ਬਾਹਰ ਉੱਠ ਗਿਆ। ਇਹ ਬੰਦੇ ਨੇ ਐਨਕਾਂ ਚੱਕ ਕੇ ਇੱਥੇ ਟੰਗ ਲਈਆਂ, ਜੇਬ ਚੋਂ ਕੱਢੀ ਸਿਗਰਟ ਲਾ ਕੇ, ਸੂਤਾ ਮਾਰ ਕੇ, ਧੂੰਆਂ ਪੂਰਾ ਖਿੱਚ ਕੇ, ਜਿਹੜਾ ਅੰਦਰ ਸ਼ੀਸ਼ਾ ਲੱਗਾ ਸੱਚਖੰਡ ਸਾਹਿਬ ਦਾ, ਉੱਥੇ ਜਾ ਕੇ ਤੇ ਬਾਰ ਦੇ ਉੱਤੇ ਪੂਰਾ ਧੂੰਆਂ ਛੱਡ ਕੇ, ਤੇ ਉਹ ਸਿਗਰਟ ਸੀਗੀ ਜਿਹੜੀ ਤੇ ਰਾਗਾਂ ਦੇ ਆਲੂ ਨੂੰ ਸੱਟ ਕੇ ਆ ਗਈ। ਉਹ ਜਿਹੜਾ ਧੂੰਆਂ ਸ਼ੀਸ਼ੇ ਤੇ ਨਹੀਂ ਵੱਜਾ। ਉੱਥੇ 10ਵੇਂ ਪਾਤਸ਼ਾਹ ਬੈਠ ਕੇ ਸਵੇਰੇ ਨਿਤਨੇਮ ਤੇ ਕੀਰਤਨ ਸੁਣ ਰਹੇ ਸੀ। ਇਹ ਬੰਦੇ ਨੇ ਇਹ ਕਰਤੂਤ ਕੀਤੀ ਆ, ਸਿੱਖਾਂ ਨੂੰ ਇਹ ਚੈਲੰਜ ਕਰਤਾ ਵੀ ਸਿੱਖੋ, ਆਹ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਤੇ ਮੈਂ ਤੰਬਾਕੂ ਦਾ ਧੂੰਆਂ ਛੱਡ ਕੇ ਚੱਲਿਆ, ਕਰ ਲਓ ਕੀ ਕਰਨਾ। ਤੇ ਸਿੱਖਾਂ ਨੇ ਕੀ ਕਰਤਾ ਬਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਬੇਅਦਬੀ ਹੋਈ ਆ, ਉਹ ਮਾਮਲਾ ਇਸ ਵੇਲੇ ਪੂਰਾ ਭਖਿਆ ਹੋਇਆ। ਸਮੁੱਚੀ ਸਿੱਖ ਸੰਗਤ, ਚਾਹੇ ਦੇਸ਼ 'ਚ ਬੈਠੀ ਆ ਚਾਹੇ ਵਿਦੇਸ਼ 'ਚ ਬੈਠੀ ਆ, ਹਰ ਇੱਕ ਬੰਦਾ ਅੰਦਰੋਂ ਟੁੱਟਿਆ ਹੋਇਆ। ਇਹ ਸੋਚ ਰਿਹਾ ਕਿ ਇਹ ਸਮਾਂ ਕਿਹੋ ਜਿਹਾ ਆ ਗਿਆ। ਸਿਆਸਤ ਇਸ ਕਦਰ ਜਿਹੜੀ ਆ ਉਹ ਥੱਲੇ ਜਾ ਚੁੱਕੀ ਆ ਕਿ ਜਦੋਂ ਵੀ ਵੋਟਾਂ ਦਾ ਮੌਕਾ ਆਉਂਦਾ, ਸਾਲ 6 ਮਹੀਨੇ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ। ਪਰ ਪਿਛਲੇ ਸਮੇਂ ਦੇ ਵਿੱਚ ਤਾਂ ਵੋਟਾਂ ਆਉਣ ਨਾ ਆਉਣ, ਇਹ ਸਭ ਕੁਝ ਨਿਰੰਤਰ ਚੱਲਦਾ ਆ ਰਿਹਾ। ਸੋ ਖਾਲਸੇ ਦੀ ਜਨਮ ਭੂਮੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਜੋ ਬੇਅਦਬੀ ਹੋਈ ਆ, ਉਸ ਦਾ ਦੋਸ਼ੀ ਮੌਕੇ ਤੇ ਫੜਿਆ ਜਾਂਦਾ। ਤਫਤੀਸ਼ ਦੇ ਵਿੱਚ ਸਾਹਮਣੇ ਆਉਂਦਾ ਕਿ ਲੁਧਿਆਣਾ ਦਾ ਰਹਿਣ ਵਾਲਾ। ਤਾਰਾਂ ਪਿੱਛੇ ਡੇਰਾ ਸਿਰਸਾ ਦੇ ਨਾਲ ਜੁੜਦੀਆਂ ਨੇ। ਪਰ ਇੱਥੇ ਹੋਇਆ ਕੀ ਕਿ ਜਿਹੜੀ ਕਮੇਟੀ ਬਣਦੀ ਆ ਜਾਂਚ ਦੇ ਵਿੱਚ, ਜਿਹੜੀ ਨਾਲ ਜਾਂਦੀ ਆ 5 ਮੈਂਬਰੀ ਕਮੇਟੀ, ਉਹਦੇ ਮੈਂਬਰ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ, ਇਸ ਵੇਲੇ ਮੇਰੇ ਨਾਲ ਨੇ। ਉਹਨਾਂ ਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ, ਪਰ ਕਮੇਟੀ ਦੇ ਵਿੱਚੋਂ 2 ਦਿਨ ਉਹਨਾਂ ਨੂੰ ਨਾਲ ਜਿਹੜਾ ਰੱਖਿਆ ਵੀ ਜਾਂਦਾ, ਤੇ ਹੁਣ ਕਮੇਟੀ ਜਿਹੜੀ ਆ ਉਹ ਭੰਗ ਹੋ ਗਈ, ਜਾਂ ਫਿਰ ਅੰਮ੍ਰਿਤਪਾਲ ਸਿੰਘ ਮਹਿਰੋਂ ਹੋਰਾਂ ਨੂੰ ਕਮੇਟੀ ਚੋਂ ਬਾਹਰ ਕੱਢ ਦਿੱਤਾ ਜਾਂਦਾ। ਸਾਰਾ ਮਾਮਲਾ ਕੀ ਆ, ਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਹੋਰਾਂ ਨੇ ਬਾਹਰ ਆ ਕੇ ਖੁਲਾਸੇ ਵੀ ਕੀਤੇ ਨੇ, ਸੰਗਤ ਦੇ ਸਾਹਮਣੇ ਬਹੁਤ ਸਾਰੇ ਤੱਥ ਰੱਖੇ ਨੇ, ਜਿਹੜੇ ਉਹ ਕਹਿੰਦੇ ਨੇ ਕਿ ਮੈਂ ਅੰਦਰੋਂ ਇਕੱਠੇ ਕਰਕੇ ਲਿਆਇਆ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕੀ ਗੱਲ ਕੀ ਹੋਈ ਆ? ਦੇਖੋ, ਇੱਕ ਪਾਸੇ ਤਾਂ ਅਸੀਂ ਇਨਸਾਫ ਦੀ ਭਾਲ ਦੇ ਵਿੱਚ ਆ। ਸਾਨੂੰ ਐਂ ਆ ਵੀ ਜਿਹੜੇ ਬੰਦੇ ਨੇ ਇਹੋ ਜਿਹਾ ਘਿਨਾਉਣਾ ਕੰਮ ਕੀਤਾ, ਉਹ ਬੇਸ਼ੱਕ ਪੁਲਿਸ ਨੇ ਫੜ ਲਿਆ, ਪਰ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ, ਤੇ ਪਤਾ ਲੱਗੇ ਵੀ ਇਹ ਕਿੱਥੋਂ ਤੋਂ ਸ਼ੁਰੂ ਹੋ ਰਿਹਾ ਸਾਰਾ ਕੁਝ। ਤੁਸੀਂ ਵਿੱਚ ਜਾਣਦੇ ਹੋ, ਤੁਸੀਂ ਕਹਿ ਰਹੇ ਹੋ ਕਿ ਮੈਨੂੰ ਭੇਜਿਆ ਜਾਵੇ, ਕਿਉਂਕਿ ਮੈਂ ਚਾਹੁੰਦਾ ਆ ਵੀ ਮੈਂ ਲੱਭ ਕੇ ਲਿਆਵਾਂ ਸਾਰੇ ਤੱਥ। ਫਿਰ ਇਹੋ ਜਿਹਾ ਕੀ ਹੋ ਗਿਆ ਵੀ ਆਪਣਿਆਂ ਨੇ ਕਹਿਤਾ ਵੀ ਭਾਈ ਲੋੜ ਨਹੀਂ ਹੈਗੀ, ਕਮੇਟੀ ਜਿਹੜੀ ਆ ਨਵੀਂ ਬਣਾਈਏ? ਸਬਰ ਹੈ ਨਹੀਂ ਆਪਣਿਆਂ 'ਚ, ਕਿਉਂਕਿ ਆਪਣਿਆਂ ਤੋਂ ਮੈਂ 4 ਦਿਨ ਮੰਗ ਲਏ ਸੀ, ਕਿਉਂਕਿ ਉਹ ਲਾਈਵ ਵੀਡੀਓ ਦੇ ਵਿੱਚ ਵੀ ਆਖਿਆ ਵਾ ਵੀ 4 ਦਿਨ ਦਿਓ, ਕਿਉਂਕਿ ਜਿੱਡਾ ਵੱਡਾ ਕੇਸ ਹੁੰਦਾ ਉਹਨੂੰ ਸੁਲਝਾਉਣ ਵਾਸਤੇ 4 ਦਿਨ ਚਾਹੀਦੇ ਸੀ। 4 ਦਿਨ ਮੰਗੇ ਸੀ, ਪਰ ਇਹਨਾਂ ਨੇ ਤਾਂ 24 ਘੰਟੇ ਨਹੀਂ ਪੈਣ ਦਿੱਤੇ।
ਵਿੱਚ ਜੋ ਇਹਨਾਂ ਨੇ ਗੱਲਬਾਤ ਕੀਤੀ, ਇਹਨਾਂ ਨੇ ਤਾਂ ਨਾਲ ਗਦਾਰੀ ਦਾ ਧੱਬਾ ਵੀ ਲਾਤਾ ਵੀ ਅਮਰਤਪਾਲ ਸਿੰਘ ਵਿਕ ਗਿਆ। ਅੱਛਾ ਅੱਛਾ, ਇਹ ਦੱਸੋ ਪਹਿਲਾਂ ਵੀ ਕਮੇਟੀ ਬਣਾਈ ਸੀ ਜਿਹੜੀ, ਇਹ ਪੁਲਿਸ ਨੇ ਕਿਵੇਂ ਆਗਿਆ ਦਿੱਤੀ ਤੇ ਕਮੇਟੀ ਦਾ ਕੰਮ ਕੀ ਸੀਗਾ, ਕਮੇਟੀ ਨੇ ਕੀ ਵੇਖਣਾ ਸੀਗਾ ਸਾਰਾ ਨਾਲ ਰਹਿ ਕੇ? ਜਦੋਂ ਬੰਦਾ ਫੜਿਆ ਗਿਆ, ਜਿਹੜੇ ਬੰਦੇ ਵੇਖਿਆ ਜਾਂ ਉੱਥੋਂ ਦੇ ਵਸਨੀਕ ਸੀਗੇ ਆਏ ਹੋਏ ਸੀ, ਉਹਨਾਂ ਨੇ ਰੌਲਾ ਪਾਲਿਆ ਵੀ ਪੁਲਿਸ ਨੇ ਤਾਂ ਕੁਛ ਦੱਸਣਾ ਨਹੀਂਗਾ। ਸਾਡੀ ਸੰਗਤ ਦੇ ਵਿੱਚੋਂ 5 ਬੰਦੇ ਪੁਲਿਸ ਦੇ ਨਾਲ ਬਹਿ ਕੇ ਉਹਦੀ ਪੁੱਛਗਿੱਛ ਪੁਲਿਸ ਦੇ ਸਾਹਮਣੇ, ਉਹਦੇ ਸਾਹਮਣੇ ਕਮੇਟੀ ਦੇ ਹੋਊਗੀ, ਕਿਉਂਕਿ ਸਾਨੂੰ ਇਹ ਹੋਵੇ ਵੀ ਹਾਂ ਬਾਈ ਸੱਚੀ ਪੁਲਿਸ ਨੇ ਕੁੱਟਮਾਰ ਕਰਕੇ ਉਹ ਤੋਂ ਜੋ ਕੁਝ ਪੁੱਛਿਆ ਉਹ ਸੱਚ ਆ, ਤੇ ਇਹ ਨਾ ਹੋਵੇ ਪੁਲਿਸ ਕੁਝ ਹੋਰ ਦੱਸੇ ਤੇ ਨਿਕਲੇ ਕੁਝ ਹੋਰ, ਤੇ ਅਸੀਂ ਯਕੀਨ ਨਹੀਂ ਕਰਦੇ ਪੁਲਿਸ ਤੇ। ਇਸ ਕਰਕੇ ਉਹ ਕਮੇਟੀ ਬਣਾਈ ਗਈ ਸੀ। ਤੇ ਇਹ ਵੀ ਆਗਿਆ ਸੀਗੀ ਵੀ ਕਮੇਟੀ ਦੇ ਵਿੱਚੋਂ ਬੰਦੇ ਵੀ ਪੁੱਛ ਸਕਦੇ ਨੇ ਜੋ ਉਹਨਾਂ ਨੂੰ ਉੱਥੇ ਲੱਗਦਾ ਆ ਵੀ ਹਾਂ ਅਸੀਂ ਵੀ ਜਾਂਚ ਦੇ ਵਿੱਚ ਜਿਹੜਾ ਆ ਆਪਣੇ ਤਰੀਕੇ ਨਾਲ ਪੁੱਛ ਸਕੀਏ। 3 ਘੰਟੇ ਮਿਲਦੇ ਇੱਕ ਦਿਨ ਦੇ ਵਿੱਚ ਕਮੇਟੀ ਨੂੰ ਪੁੱਛਣ ਵਾਸਤੇ, ਉਹਦੇ ਵਿੱਚ ਪੁਲਿਸ ਇਨਵੋਲਵ ਨਹੀਂ ਹੁੰਦੀ, ਪੁਲਿਸ ਸਿਰਫ ਆਸੇ-ਪਾਸੇ ਬੈਠੀ ਤੇ ਖੜੀ ਦਿਸੂਗੀ। ਉਹ ਕੈਮਰਾ ਰਿਕਾਰਡ ਹੋਊਗਾ ਸਾਰਾ ਕਮਰੇ ਦੇ ਵਿੱਚ, ਉਹਦੇ ਵਿੱਚ ਦੋਸ਼ੀ ਨੂੰ ਸਾਹਮਣੇ ਬਾਇਆ ਜਾਊਗਾ ਕੁਰਸੀ ਤੇ, ਕਮੇਟੀ ਆਸੇ-ਪਾਸੇ ਬੈਠੂਗੀ, ਉਹ ਕੋਈ ਵੀ ਸਵਾਲ ਪੁੱਛ ਸਕਦੀ। 3 ਘੰਟੇ ਦਿੱਤੇ ਖੁੱਲੀ ਛੁੱਟੀ, ਉਹਦੇ ਵਿੱਚ ਕੁਝ ਵੀ ਹੋ ਸਕਦਾ, ਕਰ ਵੀ ਸਕਦੇ ਆ। ਤੇ ਜੇ ਪਹਿਲੇ ਦਿਨ ਪੁਲਿਸ ਨੇ ਜੋ ਪੁੱਛਿਆ ਤੇ ਜੋ ਤੁਸੀਂ ਪੁੱਛਿਆ, ਤੁਸੀਂ ਮਤਲਬ ਪ੍ਰੋਪਰ ਕਮੇਟੀ ਨੇ ਸਲਾਹ ਬਣਾਈ ਸੀ ਵੀ ਆਪਾਂ ਆਹ ਗੱਲਾਂ ਪੁੱਛਣੀਆਂ ਨੇ, ਜਾਂ ਫਿਰ ਤੁਸੀਂ ਕਹਿ ਲਓ ਵੀ ਇਕੱਲੇ ਨੇ ਆਪਣੇ ਹਿਸਾਬ ਦੇ ਨਾਲ ਉੱਥੇ ਜਿਹੜੇ ਸਵਾਲ ਕੀਤੇ 3 ਘੰਟੇ ਮਿਲੇ ਜਿਹੜੇ? ਪਹਿਲੀ ਗੱਲ ਤਾਂ ਇਹ ਆ, 5 ਦੇ ਵਿੱਚੋਂ ਜਿਹੜੇ 4 ਬੰਦੇ ਸੀਗੇ, 5 ਬੰਦੇ ਵੱਖਰੇ ਸੀ, ਮੈਂ ਨਹੀਂ ਉਹਨਾਂ 'ਚ ਸੀ। ਇਹ ਤਾਂ ਜਦੋਂ ਮੈਂ ਇੱਥੇ ਆਇਆ ਤੇ ਸਾਰੇ ਜਿਹੜੇ ਸੰਗਤ ਤੇ ਸਿੱਖਾਂ ਦੇ ਵਿੱਚ ਯਕੀਨ ਵਾਲੀ ਗੱਲ ਬਹੁਤ ਮਾੜੀ ਆ, ਉਹ ਯਕੀਨ ਹੀ ਨਹੀਂ ਕਰਦੇ ਕਿਸੇ ਤੇ। ਜਿਹੜੇ 5 ਬੰਦੇ ਸੰਗਤ ਨੇ ਬਣਾਏ, ਉਹ ਜਾ ਕੇ ਉਹਨੂੰ ਮੀਟਿੰਗ ਕਰਕੇ ਮੁੜਿਆ, ਆ ਕੇ ਸੰਗਤ ਨੂੰ ਕੁਝ ਦੱਸਿਆ ਨਹੀਂ, ਤੇ ਉਹਨਾਂ ਨੇ ਉਹ 5 ਤੇ ਕਹਿਤਾ ਵੀ ਸਾਨੂੰ ਯਕੀਨ ਨਹੀਂ ਹੈਗਾ। ਫਿਰ ਉਹ 5 ਚੋਂ ਇੱਕ ਬੰਦਾ ਬਾਹਰ ਕੱਢਿਆ, ਮੈਨੂੰ ਵਿੱਚ ਪਾਇਆ। ਉਹ ਕਹਿੰਦੇ ਵੀ ਸਾਨੂੰ ਅਮਰਤਪਾਲ ਸਿੰਘ ਤੇ ਯਕੀਨ ਹੈ, ਇਹਨੂੰ ਲੈ ਜਾਓ। ਸ਼ਾਮ ਨੂੰ ਮੀਟਿੰਗ ਹੋਈ ਆ, ਉੱਥੇ ਜਿਹੜੇ 3 ਘੰਟੇ ਪੁੱਛ-ਗਿੱਛ ਕੀਤੀ ਆ, ਜਾ ਕੇ ਆਏ ਆ ਕੇ ਹਜੇ ਬੈਠੇ ਆ। ਉੱਥੇ ਸਾਡੀ ਗੱਲਬਾਤ ਇਹ ਹੋਈ ਆ ਵੀ 4 ਦਿਨ ਅਸੀਂ ਮੀਟਿੰਗ ਕਰਨੀ ਆ, 4 ਦਿਨ ਦੇ ਵਿੱਚ ਅਸੀਂ ਰਿਮਾਂਡ ਲੈਣਾ ਉਹਦਾ। ਮੈਂ ਇਹ ਵੀ ਗੱਲ ਆਖੀ ਆ ਵੀ ਬੰਦਾ ਪੁਲਿਸ ਕਸਟਡੀ 'ਚ ਆ ਤੇ ਸਮਝ ਲਓ ਸਾਡੇ ਕੋਲ ਹੀ, ਇਹਦਾ ਮਤਲਬ ਇਹ 3 ਘੰਟੇ ਬੰਦਾ ਸਾਨੂੰ ਦੇਣਾ ਬਹੁਤ ਵੱਡੀ ਗੱਲ ਆ। ਤੇ ਉਹ ਜੋ ਕੁਛ ਪੁੱਛ-ਗਿੱਛ ਸੀਗੀ ਤੇ 4 ਦਿਨਾਂ ਬਾਅਦ ਜਦੋਂ ਬੰਦਾ ਜੇਲ੍ਹ 'ਚ ਜਾਊਗਾ ਬਈ ਪਰਸਨਲ ਗੱਲਾਂ ਉਦੋਂ ਹੀ ਦੱਸਾਂਗੇ ਆ ਕੇ। ਪਰ ਸੰਗਤ ਨੇ ਸਬਰ ਹੀ ਨਹੀਂ ਕੀਤਾ, ਜਿਹਦੇ ਕਰਕੇ ਉਹਨਾਂ ਨੇ ਇਹ ਵੀ ਕਹਿਤਾ ਇਹ ਚੁੱਪ ਹੁੰਦਾ ਜੀ, ਇਹਨੂੰ ਕਮੇਟੀ 'ਚ ਪਾਤਾ, ਇਹ ਸਾਨੂੰ ਕੋਈ ਅਪਡੇਟ ਨਹੀਂ ਦਿੰਦਾ ਜੀ, ਇਹਦਾ ਗਦਾਰ ਆ ਜੀ, ਇਹਦਾ ਵਿਕ ਗਿਆ, ਤੇ ਬਾਹਰ ਕੱਢਤਾ। ਨਹੀਂ, ਜਦੋਂ ਸੰਗਤ ਨੇ ਭੇਜਿਆ ਉੱਥੋਂ ਸੰਗਤ ਦੀ ਆਵਾਜ਼ ਹੀ ਸੀਗੀ ਨਾ ਕਿ ਪੁਲਿਸ ਨੇ ਭਾਈ ਕੁਝ ਦੱਸਣਾ ਨਹੀਂ ਹੈਗਾ, ਆਪਣੀ ਕਮੇਟੀ ਅੰਦਰ ਜਾਣੀ ਚਾਹੀਦੀ ਆ। ਫਿਰ ਉਸ ਵੇਲੇ ਇਹ ਗੱਲ ਹੋਈ ਸੀ ਵੀ ਆਪਾਂ ਜਿੰਨੇ ਦਿਨ ਜਾਂਚ ਚੱਲੂਗੀ ਅਸੀਂ ਨਹੀਂ ਆ ਕੇ ਬਾਹਰ ਆ ਕੇ ਸਾਰੀ ਗੱਲ ਦੱਸ ਸਕਦੇ, ਆਪਾਂ ਫਿਰ ਜਦੋਂ ਜਾਂਚ ਨਿਬੜੀ ਜਾਂ 4 ਦਿਨਾਂ ਬਾਅਦ ਹੀ ਸਾਰਾ ਕੁਝ ਦੱਸਾਂਗੇ, ਜਾਂ ਫਿਰ ਉਦੋਂ ਗੱਲ ਹੋਈ ਸੀ ਵੀ ਹਾਂ ਰੋਜ਼ ਦੀ ਰੋਜ਼ ਜਿਹੜੀ ਆ ਸੰਗਤ ਨੂੰ ਜਾਣਕਾਰੀ ਮਿਲੂਗੀ ਵੀ ਅੱਜ ਕੀ ਹੋਇਆ? ਹਾਂਜੀ, ਸੰਗਤ ਨੂੰ ਕਹਿ ਕੇ ਗਏ ਸੀਗੇ ਵੀ ਅਸੀਂ ਹੁਣ ਜਾਣਾ ਤੇ ਤੁਹਾਨੂੰ ਆ ਕੇ ਦੱਸਾਂਗੇ, ਇਹ ਗੱਲ ਕਹੀ ਸੀ। ਹੁਣ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਨਾ ਖੇਡ ਵੱਡੀ ਬਹੁਤ ਆ, ਇਹਦੇ ਲਈ 4 ਦਿਨ ਚਾਹੀਦੇ। ਜੇ ਆ ਕੇ ਰੋਜ਼ ਦੀ ਰੋਜ਼ ਤੁਹਾਨੂੰ ਦੱਸੀ ਗਏ, ਹੁਣ ਦੱਸਾਂਗੇ ਤਾਂ ਸਾਨੂੰ ਗਾਂਹਲੇ ਨਿਸ਼ਾਨੇ ਵੀ ਦੱਸਣੇ ਪੈਣਗੇ, ਤੇ ਗਾਂਹਲੇ ਨਿਸ਼ਾਨੇ 'ਚ ਜਿਹੜੇ ਸਾਡੇ ਬੰਦੇ ਹੋਣਗੇ ਉਹ ਭੱਜ ਜਾਣਗੇ, ਸਾਡਾ ਕੇਸ ਉਹ ਘਟ ਜੂਗਾ ਕੰਮ, ਤੇ ਅਸੀਂ ਉਹਦੇ 'ਚ ਵਰਕ ਨਹੀਂ ਕਰ ਸਕਾਂਗੇ। ਇਸ ਕਰਕੇ ਬਾਹਰ ਆ ਕੇ ਮੈਂ ਇਹ ਗੱਲ ਆਖੀ, ਸੰਗਤ ਜੀ 4 ਦਿਨਾਂ ਬਾਅਦ ਦੱਸਾਂਗੇ ਤੁਹਾਨੂੰ, ਮੇਨ ਗੱਲ ਤੁਹਾਨੂੰ ਦੱਸ ਦਿੰਦੇ ਆ ਵੀ ਆਹ ਬੰਦਾ ਇੱਥੇ ਆਹ ਕੰਮ ਹੋਇਆ। ਹੁਣ ਉਹਨਾਂ ਨੂੰ ਇਹ ਵੀ ਨਹੀਂ ਦੱਸ ਸਕਦੇ ਵੀ ਬੰਦਾ ਕੌਣ ਸੀ, ਕਿੱਥੋਂ ਆਇਆ, ਕੀ ਨਾਂ ਸੀ, ਮੰਮੀ ਡੈਡੀ ਦਾ ਕੀ ਨਾਂ ਸੀ, ਕਿਹਨੇ ਭੇਜਿਆ। ਜੇ ਅਸੀਂ ਉਹ ਦੱਸਾਂਗੇ ਤਾਂ ਸਾਰੀ ਖੇਡ ਹੀ ਖਰਾਬ ਹੋ ਜਾਣੀ ਸੀ। ਵੈਸੇ ਪੁਲਿਸ ਦਾ ਵੀ ਨਾ ਇੱਕ ਤਰੀਕਾ ਹੁੰਦਾ ਆ ਵੀ ਉਹ ਜਦੋਂ ਤੱਕ ਰਿਮਾਂਡ ਹੈ, ਕਿਉਂਕਿ ਜਦੋਂ ਜਾਣਕਾਰੀ ਬਾਹਰ ਆਊਗੀ ਤਾਂ ਸੁਭਾਵਿਕ ਆ ਵੀ ਬਾਹਰ ਜਿਹੜੇ ਬੰਦੇ ਨੇ ਉਹ ਸੁਚੇਤ ਹੋ ਜਾਂਦੇ ਨੇ, ਜੋ ਵੀ ਉਹਨਾਂ ਦੇ ਨਾਲ ਤਾਰਾਂ ਜੁੜਦੀਆਂ ਨੇ। ਮੈਨੂੰ ਸਾਹਿਬ ਫਿਰ ਲੱਗਦਾ ਕੀ ਆ, ਚਲੋ ਠੀਕ ਆ ਸਾਰਾ ਕੁਝ ਹੋ ਗਿਆ, ਤੁਸੀਂ ਕਹਿ ਰਹੇ ਹੋ ਕਿ ਸੰਗਤ ਨੇ ਸਬਰ ਨਹੀਂ ਦਿਖਾਇਆ ਹੈਗਾ, ਪਰ ਇਹਦੇ ਨਾਲ ਸੁਨੇਹਾ ਤਾਂ ਇਹ ਗਿਆ ਨਾ, ਹਰ ਵਾਰ ਦੀ ਤਰ੍ਹਾਂ ਬਹੁਤ ਵਾਰੀ ਇਹੀ ਹੁੰਦਾ ਕਿ ਇਹ ਤਾਂ ਆਪਸ 'ਚ ਪਾਟੇ ਹੋਏ ਨੇ, ਇਹ ਕਿਸੇ ਨਾਲ ਲੜਾਈ ਨਹੀਂ ਲੜ ਰਹੇ, ਤਾਂ ਆਪਣੇ ਆਪ ਨਾਲ ਹੀ ਲੜੀ ਜਾਂਦੇ ਨੇ। ਹਾਂਜੀ, ਇਹ ਤਾਂ ਲਾਜ਼ਮੀ ਆ। ਇਹ ਤਾਂ ਹਰੇਕ ਜਿੰਨੇ ਵੀ ਹੁਣ ਤੱਕ ਮੋਰਚੇ ਲੱਗੇ ਆ, ਜਿੰਨੇ ਵੀ ਪੰਥਕ ਮੋਰਚੇ ਲੱਗੇ ਆ ਜਾਂ ਧਰਨੇ ਲੱਗੇ ਆ, ਤੇ ਉਹਨਾਂ ਦੀ ਇਹੀ ਮੇਨ ਗੱਲ ਰਹੀ ਹੈ ਵੀ ਆਪਸ ਦੇ ਵਿੱਚ ਪਾਟ ਗਏ। ਜਿੰਨਾ ਚਿਰ ਤੁਸੀਂ ਯਕੀਨ ਕਿਸੇ ਆਗੂ ਤੇ ਨਹੀਂ ਕਰਦੇ ਉਹਨਾਂ ਚਿਰ ਕਾਮਯਾਬ ਹੋ ਹੀ ਨਹੀਂ ਸਕਦੇ। ਮੰਤਰੀ ਆਪਾਂ ਚੁਣਦੇ ਆ, ਆਪਾਂ ਹੀ ਉਹਨਾਂ ਵਿਰੁੱਧ ਧਰਨੇ ਲਾਉਂਦੇ, ਤੇ ਕੌਣ ਮੂਰਖਾ? ਤੇ ਬੰਦੇ ਹੀ ਆਪਾਂ ਹੀ ਮੂਰਖਾ ਨਾ। ਫਿਰ ਜਾਂ ਤਾਂ ਮੈਨੂੰ ਤੋਰਨ ਵਾਲੇ ਮੂਰਖਾ, ਤੇ ਜਾਂ ਫਿਰ ਮੈਂ ਮੂਰਖਾ ਵੀ ਉਹਨਾਂ ਦੇ ਪਸੰਦ ਨਹੀਂ ਆਇਆ। ਇਹਨਾਂ ਲੋਕਾਂ ਨੇ ਕੀ ਕੁਛ ਨਹੀਂ ਪੱਲੇ ਰਹਿਣ ਦੇਣਾ। ਇਹਨਾਂ ਨੇ ਅੱਜ ਇੱਕ ਕਮੇਟੀ ਬਣਾਈ 5 ਮੈਂਬਰੀ, ਉਹ ਕਮੇਟੀ ਹਜੇ ਅਰਦਾਸ ਕਰਕੇ ਪੌੜੀਆਂ ਉਤਰ ਗਈ ਆ, ਮਗਰੋਂ ਆਵਾਜ਼ ਆ ਗਈ, ਕਹਿੰਦੇ ਨਹੀਂ ਜੀ ਕੁਛ ਬੰਦੇ ਕਹਿੰਦੇ ਵਿੱਚ ਬੰਦੇ ਗਲਤ ਆ, ਇਹਨਾਂ ਤੇ ਯਕੀਨ ਨਹੀਂ। ਉਹਨਾਂ ਨੇ ਫੇਰ 5 ਮੈਂਬਰੀ ਕਮੇਟੀ ਬਣਾਈ, ਉਹ ਦੁਬਾਰਾ ਜਾ ਕੇ ਅਫਸਰਾਂ ਨਾਲ ਗੱਲ ਕਰਕੇ ਆਈ, ਉਹਨਾਂ ਨੂੰ ਆ ਕੇ ਪੁੱਛਿਆ, ਉਹ ਕਹਿੰਦੇ ਹਾਂ ਅਸੀਂ ਉੱਥੇ ਗੱਲ ਕਰਕੇ ਆ ਗਏ, ਆ ਕੇ ਦੱਸਿਆ ਕੱਖ ਨਹੀਂ। ਤੇ ਹੁਣ ਮੈਨੂੰ ਵਿੱਚ ਪਾਇਆ ਸੀ, ਤੇ ਮੈਨੂੰ ਜੋ ਸਵਾਲ ਕਰੋਗੇ ਉਹਦਾ ਹਰੇਕ ਸਵਾਲ ਦਾ ਜਵਾਬ ਆ। ਬਾਈ ਜੀ ਸੰਗਤ ਦਾ ਹੱਕ ਆ ਮੈਨੂੰ ਪੁੱਛਣ ਦਾ, ਮੈਨੂੰ ਸੰਗਤ ਨੇ ਵਿੱਚ ਜਾਣ ਦਿੱਤਾ, ਤੇ ਮੇਰਾ ਹੱਕ ਆ ਸੰਗਤ ਨੂੰ ਅਪਡੇਟ ਦੇਣ ਦਾ। ਤੇ ਸੰਗਤ ਤੋਂ 4 ਦਿਨ ਹੀ ਮੰਗੇ ਸੀ, ਤੇ 4 ਦਿਨਾਂ ਦਾ ਰਿਕਾਰਡ ਇਕੱਠਾ ਦੇਣਾ ਸੀ, ਤੇ 2 ਦਿਨ ਮੈਨੂੰ ਉਹਨਾਂ ਨੇ 2 ਦਿਨਾਂ ਬਾਅਦ ਕੱਢਤਾ, ਤੇ 2 ਦਿਨਾਂ ਦਾ ਰਿਕਾਰਡ ਲੈ ਲਓ ਮੇਰੇ ਤੋਂ, ਜੋ ਸਵਾਲ ਕਹੋਗੇ ਹਰੇਕ ਸਵਾਲ ਦਾ ਜਵਾਬ ਦੇ ਦਾਂਗੇ ਸੰਗਤ।
ਜਿਹੜਾ ਇਹ ਇੱਕ ਗੱਲ ਆਈ ਆ ਨਾ ਵੀ ਉਹ ਬੰਦਾ ਲੁਧਿਆਣੇ ਦਾ ਪਰਮਜੀਤ ਸਿੰਘ ਨਾਂ ਹੈ, ਉਹਦੇ ਪਿਓ ਦਾ ਜਿਹੜਾ ਡੇਰੇ ਦੇ ਵਿੱਚ ਕਹਿੰਦੇ ਵੀ ਕਮੇਟੀ ਦਾ ਮੈਂਬਰ ਵੀ ਆ, ਉਹਨਾਂ ਦੀ ਖਾਸ ਕਮੇਟੀ ਦਾ, ਇਹ ਸਾਰੀਆਂ ਗੱਲਾਂ ਬਾਤਾਂ ਉਹਨੇ ਪੁਲਿਸ ਕੋਲ ਕਬੂਲੀਆਂ ਨੇ ਜਾਂ ਫਿਰ ਜਿਹੜੀ ਕਮੇਟੀ ਨੇ ਜਾਂਚ ਕੀਤੀ ਆ, ਕਮੇਟੀ ਨੇ ਉਹਦੇ ਨਾਲ ਗੱਲਬਾਤ ਕੀਤੀ ਆ, ਉਹਦੇ ਵਿੱਚ ਉਹ ਸਾਰੇ ਖੁਲਾਸੇ ਹੋਏ ਨੇ? ਜਦੋਂ ਬੰਦਾ ਸੀਏ ਸਟਾਫ ਦੇ ਵਿੱਚ ਕਮੇਟੀ ਦੇ ਸਾਹਮਣੇ ਕਰਦੇ ਆ, ਉਦੋਂ ਪੁਲਿਸ ਦਾ ਦਖਲ ਨਹੀਂ ਹੁੰਦਾ ਵਿੱਚ। ਨਾ ਹੀ ਪੁਲਿਸ ਤੋਂ ਅਸੀਂ ਕੁਝ ਪੁੱਛਣਾ ਤੇ ਨਾ ਹੀ ਪੁਲਿਸ ਨੇ ਸਾਨੂੰ ਕੁਝ ਦੱਸਣਾ, ਕਿਉਂਕਿ ਪੁਲਿਸ ਦੇ ਤਾਂ ਅਸੀਂ ਯਕੀਨ ਕਰਨਾ ਹੀ ਨਹੀਂ ਨਾ ਇਸ ਕੇਸ ਦੇ ਵਿੱਚ। ਅਸੀਂ ਕਮੇਟੀ ਨੇ ਆਪ ਹੀ ਕੁਛ ਕਰਨਾ ਜਿਹੜਾ ਕੁਛ ਕਰਨਾ। ਇਸ ਕਰਕੇ ਉਹਦਾ ਡੈਡੀ ਜਿਹੜਾ ਗੁਰਮੇਲ ਸਿੰਘ ਆ, ਵਾਸੀ USA, ਉਹ 7 ਮੈਂਬਰੀ ਕਮੇਟੀ ਜਿਹੜੀ ਸਰਸੇ ਵਾਲੇ ਦੀ ਸੀ, ਉਹਦਾ ਮੈਂਬਰ ਆ। ਇਹਦੇ ਜਿਹੜੇ ਸਹੁਰੇ ਆ ਉਹ ਬਹੁਤ ਵੱਡੇ ਪ੍ਰੇਮੀ ਆ, ਬਠਿੰਡੇ ਵਿਆਹਿਆ ਹੋਇਆ ਆਦਰਸ਼ ਨਗਰ ਦੇ ਵਿੱਚ। ਇਹਦੀ ਜਿਹੜੀ ਪਤਨੀ ਆ ਉਹਦੀ PhD ਕੀਤੀ ਹੈ, ਇਹ 5 ਪਾਸ ਆ। ਇਹੋ ਜਿਹੇ ਨਿੱਲ ਬੰਦੇ ਨੂੰ ਆਪਦੀ ਕੋਈ ਘਰ ਕੁੜੀ ਕਿਵੇਂ ਦੇ ਦੂਗਾ? ਤੇ ਕੁੜੀ ਤਾਂ ਫਿਰ ਬਾਬੇ ਦੇ ਕਹਿਣ ਤੇ ਹੀ ਦਊਗੇ ਨਾ। ਬਾਬਿਆਂ ਦਾ ਹੁਕਮ ਹੋ ਗਿਆ, ਕਹਿਣਗੇ ਪਿਤਾ ਜੀ ਦਾ ਹੁਕਮ ਆ ਵੀ ਇਹਦੇ ਨਾਲ ਵਿਆਹ ਦਿਓ, ਤੇ ਵਿਆਹਤੀ ਹੋਣੀ ਤੇ ਤਾਂ ਵਿਆਹ ਹੀ ਸਰਸੇ ਹੋਇਆ ਉਹਨਾਂ ਦੀ ਮਰਿਆਦਾ ਅਨੁਸਾਰ। ਤੇ ਫਿਰ ਇਹਦੇ ਆਧਾਰ ਤੇ ਮਤਲਬ ਇਹ ਚੀਜ਼ ਸਾਬਤ ਹੁੰਦੀ ਆ ਕਿਸੇ ਪਾਸੇ ਨੂੰ ਵੀ ਸਰਸੇ ਵਾਲੇ ਨੇ ਕਰਾਇਆ? ਕਿਉਂਕਿ ਮੈਂ ਇਸ ਕਰਕੇ ਸਵਾਲ ਕਰ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਹਰ ਤਾਰ ਜਿਹੜੀ ਆ, ਬੇਸ਼ੱਕ ਇਹ ਸਿੱਧ ਨਹੀਂ ਹੋਇਆ, ਪਰ ਹਰ ਤਾਰ ਸਰਸੇ ਵਾਲੇ ਨਾਲ ਜੁੜ ਜਾਂਦੀ ਹੈ ਜਾ ਕੇ। ਮਤਲਬ ਕਹਿਣ ਦਾ ਕਿਤੇ ਇਹ ਤਾਂ ਨਹੀਂ ਲੱਗਦਾ ਵੀ ਕੋਈ ਹੋਰ ਤਾਕਤ ਕੰਮ ਕਰ ਰਹੀ ਆ ਤੇ ਨਾ ਪਤਾ ਵੀ ਹਾਂ ਘੁੰਮ ਘੁਮਾ ਕੇ ਉੱਧਰ ਚਲਾ ਜਾਣਾ? ਇਸ ਸਵਾਲ ਦਾ ਜਵਾਬ ਦੇਣ ਵਾਸਤੇ ਮੈਂ 4 ਦਿਨ ਤਾਂ ਹੀ ਮੰਗੇ ਸੀ। ਚੌਥੇ ਦਿਨ ਮੈਂ ਇਸੇ ਗੱਲਾਂ ਦੇ ਤਾਂ ਜਵਾਬ ਦੇਣੇ ਸੀ। ਸੰਗਤ ਨੂੰ ਕੱਲੀ ਕੱਲੀ ਚੀਜ਼ ਦੱਸ ਦੇਣੀ ਸੀ, ਬਾਈ ਜੀ ਇਹ ਬੰਦਾ ਕਿੱਥੋਂ ਤੁਰਿਆ ਤੇ ਇਹਦੇ ਮਨ ਦੇ ਵਿੱਚ ਕੀ ਸੀ, ਇਹਦੇ ਪਿੱਛੇ ਕਿਹਦਾ ਹੱਥ ਆ, ਉਹਦੇ ਪਿੱਛੇ ਕਿਹਦਾ ਹੱਥ ਆ, ਤੇ ਇਦੂਗਾ ਉਹ ਕੀ ਕਰਨਗੇ ਅਸੀਂ ਦੱਸਣਾ ਸੀ। ਜਦੋਂ ਕੋਈ ਖਾੜਕੂ ਫੜਿਆ ਗਿਆ, ਪੁਲਿਸ ਨੇ ਫੜ ਕੇ ਅੰਦਰ ਕੀਤਾ, ਤੇ ਪੁਲਿਸ ਦਾ ਮੇਨ ਮਕਸਦ ਉਹਨੂੰ ਮਾਰਨਾ ਨਹੀਂ ਹੈਗਾ। ਪੁਲਿਸ ਦਾ ਮੇਨ ਮਕਸਦ ਇਹ ਆ ਵੀ ਪਹਿਲੋਂ ਇਹਦੇ ਅਟੈਚਮੈਂਟ ਕਿੱਥੇ ਆ, ਬੰਦੇ ਚੱਕੋ ਸਾਰੇ, ਗਾਂਹ ਰੋਕੋ। ਤੇ ਖਾੜਕੂ ਲਹਿਰਾਂ ਰੁਕ ਗਈਆਂ? ਖਾੜਕੂ ਲਹਿਰਾਂ ਨੂੰ ਕਦੇ ਮੁਕਾਬਲੇ ਸਾਰਿਆਂ ਦੇ ਹੀ ਥੋੜ੍ਹੀ ਹੋਏ ਆ। ਬੰਦੇ ਜੇਲ੍ਹਾਂ 'ਚ ਕਿਹੜੇ ਬੈਠੇ ਆ, ਉਹਨਾਂ ਤੋਂ ਚੱਕ ਕੇ ਦੂਜੇ ਬੰਦੇ ਫੜੇ ਗਏ, ਜਿਨ੍ਹਾਂ ਦਾ ਜ਼ਿਆਦਾ ਬੰਦਾ ਖਤਰਾ ਸੀ ਉਹਨੂੰ ਮਾਰਤਾ। ਹੁਣ ਸਾਡੇ ਵਿੱਚ ਵੀ ਇਹ ਚਾਹੀਦੀ ਆ ਸਿਆਸਤ। ਬੰਦਾ ਚੱਕਿਆ ਸੀ, ਬੰਦੇ ਦੇ ਕੋਲੋਂ ਆਪਦੇ ਪੱਧਰ ਤੇ ਅਸੀਂ ਪੁੱਛਗਿੱਛ ਕਰ ਰਹੇ ਹਾਂ, ਤੁਹਾਨੂੰ ਸਾਰਾ ਕੁਝ ਦੱਸਦੇ ਹਾਂ, ਜੋ ਕੁਝ ਸਾਨੂੰ ਚਾਹੀਦਾ ਸੀ 4 ਦਿਨਾਂ ਬਾਅਦ ਦੱਸਣਾ ਜੀ। 2 ਦਿਨਾਂ ਬਾਅਦ ਸਾਨੂੰ ਉਹਨਾਂ ਨੇ ਲੜ ਕੇ ਸਾਨੂੰ ਉੱਥੋਂ ਕਢਵਾਤਾ, ਤੇ ਹੁਣ 2 ਦਿਨਾਂ ਦਾ ਰਿਕਾਰਡ ਆ ਬਾਈ ਜੀ, ਜੋ ਕਹੋਗੇ ਤੁਹਾਨੂੰ ਦੱਸ ਦਾਂਗੇ ਅਸੀਂ। ਉਹ ਬੰਦੇ ਨੇ ਅੰਮ੍ਰਿਤ ਵੀ ਛਕਿਆ ਹੋਇਆ। ਉਹ ਹਾਂਜੀ, ਇਸ ਚੀਜ਼ ਦਾ ਮਤਲਬ ਕਿੱਥੋਂ ਤੁਹਾਡੇ ਕੋਲੇ ਕੀ ਪ੍ਰੂਫ ਆ? ਕਿਉਂਕਿ ਇਹ ਵੀ ਤਾਂ ਹੋ ਸਕਦਾ ਨਾ ਕਿ ਮਨ ਘੜਤ ਗੱਲਾਂ ਕਰਦਾ ਹੋਵੇ ਉਹ, ਕਿਉਂਕਿ ਜਿਹੜੀ ਅਸਲ ਗੱਲ ਆ, ਜਿਹੜਾ ਤੁਸੀਂ ਸਿੱਧਾ ਜਿਹਾ ਸਵਾਲ ਉਹਨੂੰ ਪੁੱਛਿਆ ਵੀ ਜੋ ਕੀਤਾ ਕਿੱਥੋਂ ਆਇਆ, ਮਤਲਬ ਕਿਹਦੇ ਕਹਿਣ ਤੇ ਕੀਤਾ, ਇਸ ਚੀਜ਼ ਦਾ ਜਵਾਬ ਮਿਲਿਆ ਕੋਈ ਤੁਹਾਨੂੰ? ਇਹ ਚੀਜ਼ ਦੀ ਜਿਹੜੀ ਤਫਤੀਸ਼ ਤੀਜੇ ਦਿਨ ਜਾ ਕੇ ਹੋਣੀ ਸੀ, ਕਿਉਂਕਿ ਉਹਨੂੰ ਜਿੰਨਾ ਮਰਜ਼ੀ ਗੁੱਟ ਮਾਰ ਲਓ, ਜੋ ਮਰਜ਼ੀ ਕਹਿ ਲਓ, ਉਹਨੇ ਤਾਂ ਇਹੀ ਕਹਿਣਾ ਵਾ ਵੀ ਮੈਨੂੰ ਨਹੀਂ ਪਤਾ ਕਿਵੇਂ ਹੋ ਗਿਆ। ਪਰ ਜਦੋਂ ਅਸੀਂ ਉਹਨੂੰ ਦੱਸਦੇ ਉਦੋਂ ਉਹ ਮੰਨਦਾ ਸੀ, ਕਿਉਂਕਿ ਅਸੀਂ ਤਫਤੀਸ਼ ਦੇ ਵਿੱਚ ਉਹਨੂੰ ਜਾ ਕੇ ਬੰਦਾ ਮੂਹਰੇ ਕਰ ਦਿੰਦੇ, ਆਹ ਵੇਖੋ ਆਹ ਐਂ ਕਹਿੰਦਾ ਵੀ ਹਾਂ। ਹੁਣ ਉਹ ਬੰਦਾ ਇੱਥੇ ਵਿੱਚ ਕਈ ਬੰਦਿਆਂ ਨੇ ਐਲੀਗੇਸ਼ਨ ਲਾਏ ਆ, ਉਹ ਕਹਿੰਦੇ ਵੀ ਅਮਰਤਪਾਲ ਸਿੰਘ ਝੂਠ ਬੋਲਦਾ, ਤੇ ਝੂਠ ਦਾ ਤਾਂ ਹੀ ਲੱਗਣਾ ਬਾਈ ਉਹਨਾਂ ਨੂੰ ਕੋਈ ਸੱਚ ਦੱਸਿਆ ਹੀ ਨਹੀਂ ਹਜੇ, ਤੇ ਸੱਚ ਦੱਸਾਂਗੇ ਤੇ ਫਿਰ ਸਾਡੀ ਕਾਰਵਾਈ ਰੁਕ ਜੂਗੀ। ਹੁਣ ਇੱਥੇ ਕਿਸੇ ਬੰਦੇ ਨੂੰ ਨਹੀਂ ਪਤਾ, ਸਾਰਿਆਂ ਨੂੰ ਇਹ ਪਤਾ ਵੀ ਇੱਥੇ ਬੇਅਦਬੀ ਹੋ ਗਈ। ਤੁਹਾਨੂੰ ਪਤਾ ਬੇਅਦਬੀ ਹੋਈ ਕਿੰਨੇ ਵਜੇ, ਬੰਦਾ ਇੱਥੇ ਕਿੰਨੇ ਵਜੇ ਪਹੁੰਚਿਆ? ਇੱਥੇ ਬੰਦਾ 12:17 ਤੇ 13 ਤਰੀਕ 9ਵੇਂ ਮਹੀਨੇ 2021 ਨੂੰ ਇੱਥੇ ਪਹੁੰਚ ਗਿਆ ਸੀ, ਅਨੰਦਪੁਰ ਸਾਹਿਬ। ਲੁਧਿਆਣੇ ਤੋਂ 12 ਤਰੀਕ 9ਵੇਂ ਮਹੀਨੇ 2021 ਨੂੰ 9:29 ਤੇ ਤੁਰਿਆ ਉੱਥੋਂ ਘਰੋਂ। ਇਹ ਚੀਜ਼ਾਂ ਸਾਨੂੰ ਕਿਤੇ ਪੁਲਿਸ ਨੇ ਥੋੜ੍ਹੀ ਦੱਸੀਆਂ, ਸਾਨੂੰ ਤਾਂ ਉਹ ਗੰਮੀ ਤਾਕਤ ਨੇ ਥੋੜ੍ਹੀ ਦੱਸਦੀਆਂ। ਇਹ ਬੰਦਾ ਜਦੋਂ ਕੁਰਸੀ ਤੇ ਬਹਾ ਕੇ ਮੂਹਰੇ ਉਹਦੇ ਨਾਲ ਗੱਲਬਾਤ ਕੀਤੀ, ਅੱਖਾਂ 'ਚ ਅੱਖਾਂ ਪਾ ਕੇ, ਤਾਂ ਸਾਨੂੰ ਉਹਨੇ ਦੱਸਿਆ। ਸਾਨੂੰ ਕੀ ਪਤਾ ਵੀ ਉਹਦੀ ਭੈਣ ਕੁਲਦੀਪ ਕੌਰ ਮਨਪ੍ਰੀਤ ਸਿੰਘ ਨੂੰ ਵਿਆਹੀ ਹੋਈ ਆ ਧੂਰਕੋਟ ਰਣਸੀ, ਜਿਹੜਾ ਪ੍ਰਾਈਵੇਟ ਮਾਸਟਰ ਆ। ਨਹੀਂ, ਇੱਕ ਚੀਜ਼ ਦੱਸੋ ਮੈਨੂੰ ਵੀ ਇਹ ਜਿਹੜਾ ਸਾਰਾ ਤੁਸੀਂ ਨੇ ਇਹ ਰਿਕਾਰਡ ਇਕੱਠਾ ਕਰਿਆ, ਇਹ ਉਸ ਨੇ ਜਿਹੜੇ ਬਿਆਨ ਦਿੱਤੇ ਆ ਉਹੀ ਤੁਸੀਂ ਲਿਖੀ ਗਏ ਹੋ, ਜਾਂ ਫਿਰ ਪਿੱਛੇ ਜਾ ਕੇ ਤਫਤੀਸ਼ ਵੀ ਹੁੰਦੀ ਗਈ ਵਾਕਈ ਵੀ ਉੱਥੇ ਹੈਗਾ ਵੀ ਆ ਕੋਈ? ਨਹੀਂ, ਸਬੂਤਾਂ ਦੇ ਆਧਾਰ ਤੇ ਤਫਤੀਸ਼ ਵੀ ਹੋਈ ਆ। ਕਿਉਂਕਿ ਇਹ ਵੀ ਤਾਂ ਹੋ ਸਕਦਾ ਨਾ, ਜਿਵੇਂ ਆਮ ਤਾਂ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਤੇ ਭਰੋਸਾ ਨਹੀਂ ਹੈਗਾ, ਪੁਲਿਸ ਵੀ ਤਾਂ ਕਹਿ ਸਕਦੀ ਹੈ ਵੀ ਤੂੰ ਭਾਈ ਜਦੋਂ ਤੈਨੂੰ ਕਮੇਟੀ ਜਾਂਚ ਕਰੂਗੀ ਤਾਂ ਤੂੰ ਆਹ ਬਿਆਨ ਦੇਣੇ ਨੇ। ਮਤਲਬ ਕੁਝ ਵੀ ਹੋ ਸਕਦਾ ਜਦੋਂ ਸਾਨੂੰ ਸਿਸਟਮ ਦੇ ਉੱਤੇ ਸਾਨੂੰ ਲੱਗਦਾ, ਸ਼ੱਕ ਹੈ ਸਾਨੂੰ ਕਿ ਸਿਸਟਮ ਸਾਡਾ ਸਾਥ ਨਹੀਂ ਦੇਊਗਾ। ਤਾਂ ਕਰਕੇ ਮੈਂ ਪੁੱਛ ਰਿਹਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਆਪਾਂ ਕਿੱਦਾਂ ਮੰਨ ਲਈਏ ਵੀ ਬਿਲਕੁਲ ਸਹੀ ਦੱਸੀਆਂ ਹੋਣਗੀਆਂ ਉਹਨੇ? ਜਿਹੜਾ ਆਹ ਚੀਜ਼ ਲਿਖੀ ਹੋਈ ਆ, ਇਹ ਇੱਦਾਂ ਲਿਖਿਆ ਜਿਵੇਂ ਸਰਲੇਖ ਲਿਖਿਆ, ਇਹਦਾ ਮਤਲਬ ਇਹ ਕਾਪੀ ਪੇਸਟ ਆ। ਕਾਪੀ ਪੇਸਟ ਇਹਨਾਂ ਚੀਜ਼ਾਂ ਦੀ ਆ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਅਣੀ ਪਟੱਕੇ ਪੁੱਛ ਗਿੱਛ ਆ ਉਹਦੇ ਨਾਲ। ਇਹ ਚੀਜ਼ਾਂ ਦੀ ਤਫਤੀਸ਼ ਕਰਕੇ ਕਲੀਅਰ ਕਰਕੇ ਇਹਦੇ ਤੇ ਲਿਖਿਆ ਹੋਇਆ ਪਿੱਛੇ ਜਾ ਕੇ ਵੀ ਇਹ ਗੱਲ ਸੱਚੀ ਆ। ਹੁਣ ਇਹਦਾ ਮਾਮਾ ਬਾਲ ਸਿੰਘ ਉਹ ਇਹਦੇ ਪਿੱਛੇ ਆਇਆ ਸੀ,
ਸਵਾਲ ਖੜਾ ਹੋ ਗਿਆ ਵੀ ਉਹਨੂੰ ਕਿਵੇਂ ਪਤਾ ਲੱਗ ਗਿਆ ਬੰਦਾ ਫੜਿਆ ਗਿਆ, ਜਦੋਂ ਬੰਦੇ ਦਾ 12:17 ਤੇ ਫੋਨ ਇੱਥੇ ਬੰਦ ਹੋ ਗਿਆ ਤੇ ਉਹਦੇ ਮਾਮੇ ਨੂੰ ਕਿਵੇਂ ਪਤਾ ਲੱਗ ਗਿਆ ਵੀ ਬੰਦਾ ਸਾਡਾ ਫੜਿਆ ਗਿਆ। ਉਹ ਬੰਦੇ ਹੁਣ ਮਾਮੇ ਦਾ ਵੀ ਇੱਥੇ ਕੇਸ ਦੇ ਵਿੱਚ ਹੋਣਾ ਲਾਜ਼ਮੀ ਆ, ਤੇ ਮਾਮਾ ਬਾਈ ਜੀ ਅਰੈਸਟ ਕਰਵਾਇਆ, ਪੁਲਿਸ ਭੇਜ ਕੇ ਚਗਾ ਕੇ ਇੱਥੇ ਬੁਲਾਇਆ ਉਹਨੂੰ, ਤੇ ਕੱਲ ਸਾਡੇ ਸਾਹਮਣੇ ਹਾਜ਼ਰ ਹੋ ਕੇ ਉਹਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ। ਉਹ ਬੰਦਾ ਕਹਿੰਦਾ ਵੀ ਮੈਂ ਇਹਦੀ ਤਰੀਕ ਸੀਗੀ 13 ਤਰੀਕ ਨੂੰ ਕੋਰਟ 'ਚ ਰੋਪੜੇ ਤੇ ਕੋਈ ਕੇਸ ਚੱਲਦਾ ਅਸਲੇ ਦਾ, ਉਹ ਤਰੀਕ ਤੇ ਆਇਆ ਹੋਇਆ ਸੀ, ਇਹਦਾ ਫੋਨ ਬੰਦ ਹੋ ਗਿਆ। ਸਾਨੂੰ ਅਮਰੀਕਾ ਤੋਂ ਫੋਨ ਆਇਆ, ਇਹਦੀ ਮੰਮੀ ਦਾ ਵੀ ਉੱਥੇ ਗਿਆ ਆਨੰਦਪੁਰ ਸਾਹਿਬ ਜਾ ਕੇ ਪਤਾ ਕਰੋ, ਤਰੀਕ ਰੋਪੜ। ਇਹਦੀ ਮੰਮੀ ਨੂੰ ਕਿਵੇਂ ਪਤਾ ਵੀ ਉਹ ਆਨੰਦਪੁਰ ਸਾਹਿਬ ਗਿਆ, ਤੇ ਤਾਰਾਂ ਸਰਸੇ ਜਾ ਕੇ ਜੁੜਨਗੀਆਂ ਕਿ ਨਹੀਂ ਜੁੜਨਗੀਆਂ, ਉਹਨਾਂ ਨੂੰ ਪਤਾ ਵੀ ਆਨੰਦਪੁਰ ਸਾਹਿਬ ਤਾਂ ਭੇਜਿਆ ਤਾਂ ਹੀ ਉੱਥੇ ਗਿਆ। ਤੇ ਇਹਦੇ ਮਾਮੇ ਨੇ ਸਾਡੇ ਸਾਹਮਣੇ ਇਹ ਗੱਲ ਕਹੀ ਆ, ਬਾਈ ਜੀ ਮੈਂ ਬੱਸ ਚੜ੍ਹ ਗਿਆ, ਮੈਨੂੰ ਪਤਾ ਨਹੀਂ ਲੱਗਾ, ਤੇ ਜਦੋਂ ਇੱਥੇ ਆ ਕੇ ਪਤਾ ਕੀਤਾ ਤੇ ਵਕੀਲ ਕਹਿੰਦਾ ਬਾਈ ਜੀ ਉਹਨੇ ਤਾਂ ਹੋਰ ਹੀ ਚੰਦ ਚਾੜ੍ਹਤਾ, ਉਹਨੇ ਤਾਂ ਉੱਥੇ ਜਾ ਕੇ ਬੇਅਦਬੀ ਕਰਤੀ, ਉਹ ਤਾਂ ਪੁਲਿਸ ਕੋਲੇ ਆ। ਤੇ ਬਜ਼ੁਰਗ ਸੀਗਾ, ਅਸੀਂ ਉਹਨੂੰ ਕੁਛ ਨਹੀਂ ਕਿਹਾ, ਛੱਡਤਾ। ਫਿਰ ਇੱਕ ਬੰਦਾ ਅਸੀਂ ਹੋਰ ਚੁਕਾਇਆ ਹੋਇਆ ਸੀ ਨਾਲ, ਉਹਨੂੰ ਪਾਸੇ ਕਰਕੇ ਗੱਲਬਾਤ ਕੀਤੀ, ਕਹਿੰਦਾ ਜੀ ਸਾਨੂੰ ਵੀ ਨਹੀਂ ਪਤਾ ਸੀ, ਬਾਕੀ ਇਹਨਾਂ ਨੂੰ ਨਹੀਂ ਪਤਾ। ਕਹਿੰਦਾ ਕਿੱਥੋਂ ਪਤਾ ਲੱਗਾ, ਕਹਿੰਦਾ ਗਿੱਲਾਂ ਵਾਲੀ ਨਹਿਰ ਤੋਂ ਇਹਦਾ ਮਾਮਾ ਬਾਲ ਸਿੰਘ ਸਾਡੇ ਨਾਲ ਚੜਿਆ ਕੱਲ, ਉਹਨੇ ਸਾਨੂੰ ਉਸ ਦਿਨ ਉਹਨੇ ਸਾਨੂੰ ਦੱਸਿਆ 13 ਤਰੀਕ ਨੂੰ ਵੀ ਯਾਰ ਆਪਣੇ ਮੁੰਡੇ ਤੋਂ ਨਾ ਭਾਣਜੇ ਤੋਂ ਪਰਮਜੀਤ ਤੋਂ ਬੇਅਦਬੀ ਹੋ ਗਈ, ਉਹਨੇ ਸੈਕਟ ਪੀ ਕੇ ਉੱਥੇ ਸਿੱਟਤੀ। ਇਹਦਾ ਮਤਲਬ ਮਾਮੇ ਨੂੰ ਵੀ ਇਸ ਚੀਜ਼ ਦਾ ਪਤਾ, ਤੇ ਮਾਮੇ ਨੇ ਇਹ ਗੱਲ 9-10 ਵਜੇ ਦੇ ਨੇੜੇ ਉਹਦੇ ਨਾਲ ਕੀਤੀ ਹੋਈ ਆ, ਤੇ 9:18 ਤੇ ਇਹਦੀ ਪਤਨੀ ਨੂੰ ਵੀ ਪਤਾ ਲੱਗ ਗਿਆ ਸੀ ਬੇਅਦਬੀ ਹੋ ਗਈ, ਤੇ ਉਹ ਫਰਾਰ ਹੋ ਗਈ। ਪਤਨੀ ਹਰਪ੍ਰੀਤ ਕੌਰ ਫਰਾਰ ਹੋ ਗਈ ਸੀ 9:18 ਤੇ। ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ। ਜਿਹੜੀ ਅੱਜ ਦੀ ਸਾਡੀ ਮੀਟਿੰਗ ਸੀਗੀ ਤੀਜੇ ਦਿਨ ਦੀ, ਉਹਨੂੰ ਅਰੈਸਟ ਕਰਕੇ ਲਿਆਉਣਾ ਸੀ, ਸਾਨੂੰ ਨਹੀਂ ਪਤਾ ਹੱਥ ਲੱਗੀ ਹੈ ਕਿ ਨਹੀਂ ਲੱਗੀ। ਸ਼ਾਇਦ ਪੁਲਿਸ ਨੇ ਅਸੀਂ ਪੁਲਿਸ ਨੂੰ ਇਹ ਕਿਹਾ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ ਉਹਦੇ 'ਚ ਇੱਕ ਬੰਦੇ ਦੇ ਸਾਹਮਣੇ ਬੈਠਾ ਉਹਨੂੰ ਇਸ਼ਾਰਾ ਕਰ ਰਿਹਾ, ਉਹ ਵੀ ਸਾਨੂੰ ਚਾਹੀਦਾ, ਠੀਕ ਆ। ਇਹਦੀ ਪਤਨੀ ਵੀ ਚਾਹੀਦੀ ਆ। ਇਹਨੇ ਅੰਮ੍ਰਿਤ ਛਕਿਆ 5 ਤਰੀਕ ਨੂੰ 3:28 ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ। ਇਹਨੂੰ ਸਾਨੂੰ ਜਿਹੜੇ ਬੰਦੇ ਨੇ ਇਹਦੇ ਨਾਲ ਫੋਟੋ ਖਿਚਾਈ ਆ ਉਹ ਵੀ ਚਾਹੀਦਾ, ਜਿਹੜੇ ਬੰਦੇ ਨੇ ਇਸ਼ਾਰਾ ਕੀਤਾ ਦਰਬਾਰ 'ਚ ਉਹ ਵੀ ਲੱਭੋ ਕਿੱਥੇ ਆ। ਇਹਦੀ ਘਰ ਵਾਲੀ ਵੀ ਚਾਹੀਦੀ, ਸਾਨੂੰ ਉਹਨਾਂ ਦੇ ਫੋਨ ਵੀ ਨੰਬਰ ਵੀ ਚਾਹੀਦੇ ਆ। ਅੱਛਾ, ਜਿਹੜਾ ਇਹਨੇ ਅੰਮ੍ਰਿਤ ਛਕਿਆ ਉਸ ਦਿਨ ਦੀਆਂ ਫੋਟੋਆਂ ਇਹਦੇ ਫੋਨ ਦੇ ਵਿੱਚ ਸੀਗੀਆਂ? ਹਾਂ, ਇਸ ਚੀਜ਼ ਦੀ ਤਫਤੀਸ਼ ਨਹੀਂ ਹੋ ਰਹੀ ਸੀ, ਬੰਦੇ ਨੇ ਕੀ ਕੁਛ ਕੀਤਾ। ਕੁਦਰਤੀ ਤੌਰ ਤੇ ਮੈਂ ਕਿਹਾ ਬਾਈ ਜੀ ਸਾਨੂੰ ਫੋਨ ਚਾਹੀਦਾ, ਜੇ 5 ਮੈਂਬਰੀ ਕਮੇਟੀ ਤਫਤੀਸ਼ ਲਈ ਬਣੀ ਹੈ ਤੇ ਉਹ ਕੁਛ ਵੀ ਕਰ ਸਕਦੀ ਹੈ। ਸਾਡੇ ਹੱਥ 'ਚ 3 ਘੰਟੇ ਪਾਵਰ ਹੈਗੀ ਆ, ਤੇ ਅਸੀਂ ਪਾਵਰ ਨੂੰ ਵਰਤਣਾ ਚਾਹੀਦਾ, 100% ਵਰਤੋ। ਮੈਂ ਉਹਦਾ ਫੋਨ ਮੰਗਿਆ ਪਹਿਲੇ ਦਿਨ, ਫੋਨ ਦੀ ਡਿਸਪਲੇ ਟੁੱਟੀ ਹੋਈ ਸੀ, ਤੇ ਇੱਕ ਸਵਾਲ ਮੇਰੇ ਮਨ 'ਚ ਹੋਰ ਆ ਗਿਆ ਵੀ ਇਹਦੀ ਡਿਸਪਲੇ ਕਾਹਤੋਂ ਟੁੱਟੀ ਹੈ। ਉਹ ਕਹਿੰਦੇ ਉਹ ਮੁੰਡੇ ਦੀ ਕਹਿਣ ਦੀ ਜਵਾਨੀ ਸੀ, ਪੁਲਿਸ ਨੇ ਵੀ ਇਹ ਗੱਲ ਆਖੀ ਆ, CCTV ਕੈਮਰੇ 'ਚ ਵੀ ਵੇਖਿਆ। ਜਦੋਂ ਬੰਦਾ ਫੜਿਆ ਗਿਆ ਕਿਸੇ ਬੰਦੇ ਨੇ ਇਹਦਾ ਫੋਨ ਕੱਢ ਕੇ ਭੰਨਿਆ, ਤੇ ਇਹਦੇ ਵਿੱਚ ਉਹ ਬੰਦਾ ਵੀ ਚਾਹੀਦਾ ਜਿਹਨੇ ਭੰਨਿਆ, ਵੀ ਤੈਨੂੰ ਕੀ ਲੋੜ ਪੈ ਗਈ ਵੀ ਭੰਨਣ ਦੀ, ਠੀਕ ਆ। ਹੁਣ ਉਹ ਬੰਦਾ ਵੀ ਸਾਨੂੰ ਚਾਹੀਦਾ। ਇਹਦੇ ਫੋਨ ਦੀ ਦਵਾ ਉਹਨਾਂ ਨੂੰ ਕਿਹਾ ਅਫਸਰਾਂ ਨੂੰ, ਬਾਈ ਜੀ ਸਾਨੂੰ ਨਾ ਤਬਦੀਸ਼ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਇਹਦੇ ਫੋਨ ਦੀ ਡਿਸਪਲੇ ਪਵਾਓ, ਅਸੀਂ ਇਹਦੀਆਂ WhatsApp ਤੇ ਮੇਨ ਕਾਲਾਂ, ਇਹਦੀਆਂ ਆਈਡੀਆਂ ਤੋਂ ਮੈਸੇਜ ਤੇ ਇਹਦੀਆਂ ਫੋਟੋ ਗੈਲਰੀ ਚੈੱਕ ਕਰਨੀ ਹੈ। ਤੇ ਉਦੋਂ ਨੂੰ ਸਾਡਾ ਟਾਈਮ ਆਊਟ ਹੋ ਗਿਆ, ਫੋਨ ਭੇਜਤਾ ਡਿਸਪਲੇ ਪਾਉਣ, ਦੂਜੇ ਦਿਨ ਫੋਨ ਆਊਗਾ। ਹੁਣ ਅਸੀਂ ਕੱਲ ਗਏ ਸੀ, ਫੋਨ ਪਹਿਲੋਂ ਚੱਕਿਆ ਜਾ ਕੇ, ਮੈਂ ਉਹਦੇ ਮੇਨ ਸਾਰੇ ਬਾਹਰਲੇ ਨੰਬਰ ਆਈਡੀਆਂ ਦੇ ਨਾਂ ਨੂੰ ਸਾਰਾ ਕੁਛ ਲੈ ਲਿਆ। ਫਿਰ ਮੈਂ ਉਹਦੀ ਗੈਲਰੀ ਖੋਲੀ, ਤੇ ਮੈਂ 1 ਤਰੀਕ ਤੋਂ ਲੈ ਕੇ 13 ਤਰੀਕ ਤੱਕ ਸਾਰੀਆਂ ਵੀਡੀਓ ਫੋਟੋਆਂ ਮੈਂ ਆਪਦੇ ਮਨ ਦੇ ਵਿੱਚ ਫੋਨ, ਉੱਥੇ ਹੁਣ ਫੋਟੋ ਤਾਂ ਹੈ ਨਹੀਂ, ਫੋਨ ਹੈ ਨਹੀਂ ਖਿੱਚ ਸਕਦੇ ਉੱਥੇ, ਫਿਰ ਮੈਂ ਬਣਾਉਣੇ ਸ਼ੁਰੂ ਕਰਤੇ। ਜਿਵੇਂ ਹੁਣ ਆਹ ਚੀਜ਼ ਆ, ਇਹ ਕੀ ਆ, 5 ਸਤੰਬਰ 3:28 ਤੇ ਬੰਦੇ ਨੇ ਅੰਮ੍ਰਿਤ ਛਕਿਆ, ਇਹ ਆਪ ਖੜਾ ਮੂਹਰੇ, ਪਿੱਛੇ ਇੱਕ ਮੁੰਡਾ ਹੋਰ ਖੜਾ, ਉਹਦੇ ਐਨਕ ਲੱਗੀ ਹੋਈ ਆ। ਇਹ ਫੋਟੋ ਸੈਂਡ ਹੋਈ ਆ, ਮਤਲਬ ਫੋਨ ਦੇ ਵਿੱਚ ਹੋਰ ਫੋਨ 'ਚ ਖਿੱਚੀ ਗਈ ਫੋਟੋ ਆ, ਇਹਨੂੰ WhatsApp ਆਈ ਰਹੀ ਹੈ। ਇਹਦਾ ਮਤਲਬ ਇਹਦੇ ਕੋਲ ਇੱਕ ਹੋਰ ਫੋਨ ਆ, ਜਿਹਦਾ ਫੋਨ ਆ ਉਹ ਇਹਦਾ ਯਾਰ ਆ, ਉਹ ਬੰਦਾ ਵੀ ਚਾਹੀਦਾ ਸਾਨੂੰ। ਜੇ ਅਸੀਂ ਆਪਦੇ ਪੰਥ ਨੂੰ, ਆਪਦੇ ਜਨਮ ਭੂਮੀ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ, ਆਪਦੇ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਨੂੰ ਬਚਾਉਣਾ ਵਾ, ਤੇ ਸਾਨੂੰ ਬਹੁਤ ਦੂਰ ਤੱਕ ਤਬਦੀਸ਼ ਚਾਹੀਦੀ ਆ। ਬੰਦੇ ਦਾ ਰਿਮਾਂਡ 4 ਦਿਨ ਨਹੀਂ ਚਾਹੀਦਾ, ਉਹ ਬੰਦੇ ਦਾ ਰਿਮਾਂਡ ਸਾਨੂੰ 1 ਮਹੀਨਾ ਚਾਹੀਦਾ। ਪਰ ਕਈ ਲੋਕ ਤਾਂ ਹੁਣ ਇਹ ਵੀ ਕਹਿੰਦੇ ਨੇ ਨਾ, ਤੁਸੀਂ ਕਹਿ ਰਹੇ ਹੋ ਕਿ ਮੇਰੇ ਤੇ ਭਰੋਸਾ ਨਹੀਂ ਕੀਤਾ, ਮੈਨੂੰ ਮਤਲਬ ਸਮਾਂ ਨਹੀਂ ਦਿੱਤਾ ਜਿਹੜਾ ਮੈਂ ਸੰਗਤ ਤੋਂ ਮੰਗਿਆ ਸੀਗਾ। ਕਹਿੰਦੇ ਵੀ ਅੰਮ੍ਰਿਤਪਾਲ ਜਦੋਂ ਸ਼ਾਮਲ ਹੋਇਆ ਉਦੋਂ ਤਾਂ ਮਤਲਬ ਬਈ ਬਹੁਤ ਗੱਲਾਂ ਇਹ ਕਹੀਆਂ ਸੀਗੀਆਂ ਕਿ ਮੇਰੇ ਜੇ ਸਾਹਮਣੇ ਆ ਗਏ ਤਾਂ ਮੈਂ ਛੱਡਦਾ ਨਹੀਂ। ਤਾਂ ਹੁਣ ਅੰਮ੍ਰਿਤਪਾਲ ਦਾ ਅੰਦਰ ਇਹੋ ਜਿਹੀ ਕੀ ਗੱਲਬਾਤ ਹੋ ਗਈ ਉਹਨਾਂ ਦੇ ਨਾਲ ਵੀ ਅੰਮ੍ਰਿਤਪਾਲ ਜਿਹੜਾ ਆ ਕੇ ਕੁਝ ਦੱਸ ਨਹੀਂ ਰਿਹਾ ਬਾਹਰ? ਜਦੋਂ ਮੈਂ ਇੱਥੇ ਆ ਕੇ ਗੱਲ ਕੀਤੀ ਆ
ਬੰਦਾ 4-5 ਵਜੇ ਸਵੇਰੇ ਅੰਮ੍ਰਿਤ ਵੇਲੇ ਦਾ ਪੁਲਿਸ ਲੈ ਗਈ ਸੀ ਇੱਥੋਂ ਚੱਕ ਕੇ। ਮੈਂ ਇਹ ਗੱਲ ਕੀਤੀ ਸੀ, ਬੰਦਾ ਹੋਵੇ ਮੇਰੇ ਸਾਹਮਣੇ ਤੇ ਮੈਂ ਧੌਣ ਵੜ ਦਿਓ। ਮੈਂ ਤਾਂ ਅੱਜ ਵੀ ਕਹਿਣਾ, ਬੰਦਾ ਸਾਹਮਣੇ ਹੋਵੇ, ਐਡੀ ਕਰਤੂਤ ਕੀਤੀ, ਮੈਂ ਹੋਵਾਂ ਨਾ ਉੱਥੇ ਤੇ ਅਸੀਂ ਮਾਰ ਦੇਣਾ ਸੀ ਬਾਈ, ਛੱਡਣਾ ਥੋੜੀ ਸੀ। ਜੇ ਮਾਰਨ ਮਰਾਉਣ ਵਾਲੀ ਗੱਲ ਕਰਕੇ ਸੀ, ਮੇਰਾ ਕਮੇਟੀ ਦੇ ਵਿੱਚ ਐਂਟਰ ਹੋਣਾ ਮੇਰੀ ਮੰਗ ਸੀ। ਸੰਗਤ ਨੇ ਤਾਂ ਬਾਅਦ ਚ ਆਵਾਜ਼ ਚੱਕੀ, ਸੰਗਤ ਨੂੰ ਪਿੱਛੇ ਖੜੀਆਂ ਨੂੰ ਤਾਂ ਬਾਅਦ ਚ ਪਤਾ ਲੱਗ ਗਿਆ ਵੀ ਵਿੱਚ ਅਮਰਤਪਾਲ ਸਿੰਘ ਵੀ ਬੈਠਾ ਹੋਇਆ। ਜਦੋਂ ਮੈਂ ਕਿਹਾ ਬਾਈ ਜੀ ਮੈਂ ਵੀ ਵਿੱਚ ਜਾਣਾ, ਉਹਦੇ ਚ ਮੇਰਾ ਜਿਹੜਾ ਮੇਨ ਮਕਸਦ ਆ ਲੇਖਾ ਜੋਖਾ ਥੋੜੀ ਸੀ ਬਾਈ। ਮੇਰਾ ਮੇਨ ਮਕਸਦ ਇਹ ਸੀ, ਸਾਰੇ ਗਾਤਰੇ ਪਾ ਕੇ ਜਾਂਦੇ, ਮੇਰੇ ਕੋਲੇ ਵੱਡੀ ਤੇਗ ਆ, ਜਾ ਕੇ ਮੈਂ ਉਹਦਾ ਗਲ ਵੱਢ ਦੂੰਗਾ। ਕਿਉਂਕਿ ਮੈਂ ਕਮੇਟੀ ਨੂੰ ਪੁੱਛਿਆ ਸੀ ਬਾਈ ਸਾਹਮਣੇ ਬੰਦਾ ਹੁਣ ਦੇ ਦਿੰਦੇ, ਕਹਿੰਦੇ ਹਾਂ। ਤੇ ਮੈਨੂੰ ਅੰਦਰੋਂ ਚਾਅ ਚੜ ਗਿਆ ਸੀ, ਦੋਸ਼ੀ ਸਾਹਮਣੇ ਆਊਗਾ, ਕਿਰਪਾਨ ਕੱਢ ਕੇ ਬਾਈ ਜੀ ਧੌਣ ਵੱਢ ਕੇ ਉੱਥੇ ਹੀ ਛੱਡ ਦਾਂਗੇ। ਪਰ ਉੱਥੇ ਤਫਤੀਸ਼ ਵਾਲੇ ਰੂਮ ਦੇ ਵਿੱਚ ਸ੍ਰੀ ਸਾਹਿਬ ਜਾਣ ਨਹੀਂ ਦਿੰਦੇ, ਮਨ ਟੁੱਟ ਗਿਆ। ਫਿਰ ਵੀ ਮੇਰੇ ਕੋਲ ਬਹੁਤ ਵੱਡਾ ਇਹ ਹਥਿਆਰ ਸੀਗਾ, ਮੇਰੇ ਕੋਲ ਕਾਪੀ ਪੈਨ ਹੈਗਾ, ਮੈਂ ਨੋਟ ਤਾਂ ਕਰਾਂ ਵੀ ਇਹ ਬੰਦੇ ਆਏ ਕਿੱਥੋਂ, ਚੱਲੇ ਕਿੱਥੋਂ, ਕੌਣ ਕੌਣ ਕੀ ਕੰਮ ਕਰ ਰਿਹਾ। 4 ਦਿਨ ਮੇਰੇ ਲਈ ਬਹੁਤ ਆ। ਤੇ ਸੰਗਤ ਨੂੰ ਆ ਕੇ ਤਾਂ ਕਿਹਾ ਸੀ ਵੀ ਮੈਨੂੰ 4 ਦਿਨ ਦਾ ਸਮਾਂ ਚਾਹੀਦਾ। ਤੇ ਸੰਗਤ ਨੇ ਤਾਂ ਬਾਈ ਜੀ 37 ਘੰਟਿਆਂ ਪਿੱਛੋਂ ਇੰਨੀ ਤੜਥੱਲੀ ਮਚਾਤੀ। 4 ਦਿਨਾਂ ਦਾ ਸਮਾਂ ਮੰਗਿਆ, ਸਾਰਾ ਦਿਨ ਮੈਨੂੰ ਸੰਗਤ ਦੇ ਵਿੱਚ ਰਹਿਣਾ ਪੈਂਦਾ ਸੀ। ਨਵਾਂ ਜੱਥਾ ਆਉਂਦਾ ਸੀ, ਸਾਰੇ ਜੱਥੇ ਨੂੰ ਸਾਰੀਆਂ ਗੱਲਾਂ ਦੁਬਾਰਾ ਦੱਸਣੀਆਂ ਪੈਂਦੀਆਂ ਸੀ ਤੇ ਮਿਹਨਤ ਕਰਕੇ ਭਾਉਣਾ ਪੈਂਦਾ ਸੀ। ਨਵਾਂ ਜੱਥਾ ਆਉਂਦਾ ਸੀ, ਉਹ ਕਹਿੰਦਾ ਸੀ ਜਥੇਦਾਰ ਨੂੰ ਭਜਾਓ, ਕਬਜ਼ਾ ਕਰੋ ਇੱਥੇ, ਉਹਨੂੰ ਕੁੱਟੋ, ਉਹਨੂੰ ਮਾਰੋ। ਉਹਨੂੰ ਸਮਝਾਈਦਾ ਸੀ ਬਾਈ ਜੀ ਤਫਤੀਸ਼ ਕਰੀ ਰਹਿੰਦੇ ਆ, ਤੇ ਸਾਡੀ ਉਹਨਾਂ ਨੂੰ ਜ਼ਬਾਨ ਦਿੱਤੀ ਹੋਈ ਆ ਵੀ ਜਿੰਨਾ ਚਿਰ ਮੈਂ ਵਿੱਚ ਕਮੇਟੀ ਦੇ ਠੰਡੇ ਰਹਿਣਗੇ। ਦੂਜਾ ਦਿਨ ਆਇਆ, 5:15 ਤੇ 16 ਤੇ ਇੱਥੋਂ ਮੈਂ ਨੋਵਾ ਗੱਡੀ 'ਚ ਬਹਿ ਕੇ ਸੀ ਸਟਾਫ ਚੱਲਿਆ। ਉੱਥੇ ਜਾ ਕੇ ਇੱਥੋਂ ਅਰਦਾਸ ਕਰਕੇ ਤੁਰਿਆ, ਉੱਥੇ ਜਾ ਕੇ ਬੈਠੇ ਆ, ਬੰਦਾ ਲਿਆ ਕੇ ਮੂਹਰੇ ਕੀਤਾ। ਹੁਣ ਜਿਹੜਾ ਦੂਜਾ ਦਿਨ ਆ, ਦੂਜੇ ਦਿਨ ਦੇ ਵਿੱਚ ਸਾਨੂੰ ਕੌਣ ਕੌਣ ਚਾਹੀਦਾ। ਪਹਿਲੇ ਦਿਨ ਦੇ ਜਿਹੜੇ ਸਾਡੇ ਮੇਨ ਨਿਸ਼ਾਨੇ ਸੀ, ਉਸ ਨੂੰ ਮੈਂ ਦੱਸ ਦਿੰਦਾ, ਕਿਉਂਕਿ ਅਸੀਂ ਨਾਲ ਦੀ ਨਾਲ ਨੋਟ ਕਰੀ ਗਏ। ਆਹ ਵੇਖ ਲਿਓ, ਆਹ ਲਿਖਿਆ ਹੋਇਆ ਮੇਨ ਸਵਾਲ। ਇਸ ਪਹਿਲੇ ਦਿਨ ਦੇ ਦੂਜੇ ਦਿਨ ਦੇ ਲਈ ਸਾਡੇ ਕੰਮ ਕੀ ਆ। ਨੰਬਰ 1, ਸਾਰੇ CCTV ਕੈਮਰੇ ਦੀਆਂ ਵੀਡੀਓ ਚਾਹੀਦੀਆਂ ਸਾਨੂੰ। ਦੂਜੇ ਨੰਬਰ ਤੇ ਪਰਮਜੀਤ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ ਸੱਸ ਇਹਦੀ, ਸਾਰਿਆਂ ਦੇ ਬੈਂਕ ਖਾਤੇ ਚਾਹੀਦੇ ਆ। ਲਿਖਿਆ ਹੋਇਆ ਨਾ ਬਾਈ ਜੀ, ਆਹ ਪਈਆਂ ਬੈਂਕ ਡਿਟੇਲਾਂ ਉਹਨਾਂ ਦੀਆਂ। ਜਿਹੜੀਆਂ ਇਹ ਚੀਜ਼ਾਂ ਪੁੱਛ ਗਿੱਛ ਲਈਏ, ਜਿਹੜੀਆਂ ਸ਼ਾਮ ਦੀਆਂ, ਇਹਦੇ ਲਈ ਸਾਨੂੰ ਫਿਰ ਅਗਲਾ ਦਿਨ ਚਾਹੀਦਾ। ਉਹਨਾਂ ਤੋਂ ਅਸੀਂ ਕੀ ਅਪਡੇਟ ਲੈਣੀ ਆ, ਉਹਦੇ ਵਾਸਤੇ ਸਾਨੂੰ ਸਮਾਂ ਚਾਹੀਦਾ ਸੀ। ਸੰਗਤ ਨੇ ਕੀ ਕੀਤਾ, ਜਦੋਂ ਇਹ ਬੰਦੇ ਚਾਹੀਦੇ ਸੀ, ਪੁਲਿਸ ਨੇ ਕਹਿਣ ਤੇ ਚੱਕ ਕੇ ਸਾਡੇ ਸਾਹਮਣੇ ਖੜੇ ਕਰਤੇ। ਉਹਨਾਂ ਤੋਂ ਸਾਨੂੰ ਹੋਰ ਵੀ ਪ੍ਰੂਫ ਮਿਲੇ। ਉਹਨਾਂ ਤੋਂ ਸਾਨੂੰ ਇਹ ਵੀ ਮਿਲਿਆ ਵੀ ਇਹ ਬੰਦਾ ਆਹ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਤੇ ਗੁਰਮਤਿ ਵਿਦਿਆਲਿਆਂ ਦੇ ਵਿੱਚ ਵੀ ਗਿਆ। ਉੱਥੇ ਜਾ ਕੇ ਨਸ਼ਾ ਛਡਾਓ ਜਾਂ ਗੁਰਮਤਿ ਦੀ ਸਿੱਖਿਆ ਲੈਣ ਥੋੜ੍ਹੀ ਗਿਆ। ਸ਼ਾਇਦ ਇਹ ਬੰਦੇ ਦਾ ਮਨ ਦੇ ਵਿੱਚ ਇਹ ਹੋਵੇ ਮੈਂ ਵੇਖ ਲਵਾਂ ਸਿੱਖ ਰਹਿੰਦੇ ਕਿਵੇਂ। ਫਿਰ ਇਹਨੇ ਮਨ ਤਾਂ ਹੀ 2 ਸਾਲਾਂ ਪਿੱਛੇ ਇਹਦਾ ਅੰਮ੍ਰਿਤ ਛਕਣ ਨੂੰ ਜੀ ਕਰਿਆ। ਅੱਜ ਜਦੋਂ ਅੰਮ੍ਰਿਤ ਛਕਿਆ ਇੱਥੇ ਜਾ ਕੇ, ਠੀਕ ਆ। ਹੁਣ ਜਿਹੜੇ ਇਹ ਸਵਾਲਾਂ ਦੇ ਜਵਾਬ ਹੁਣ ਗਾਂ ਉਹ ਬੰਦੇ ਪੇਸ਼ ਹੋਏ ਆ, ਉਹਨਾਂ ਨੇ ਸਾਨੂੰ ਸਾਡੇ ਮਨ 'ਚ ਹੋਰ ਸਵਾਲ ਖੜੇ ਕਰਤੇ ਵੀ ਇਹ ਜਿਹੜੇ ਰੂਟ ਆਇਆ ਵਾ ਦਰਾਹੇ ਵਾਲੀ ਨਹਿਰ ਦੇ ਨਾਲ ਆਇਆ, ਇਹਦੇ ਨਾਲ ਕਿੰਨੇ ਬੰਦੇ ਸੀ। ਅਸੀਂ ਕੈਮਰੇ ਵੇਖੇ, ਮੋੜਾਂ ਤੇ ਵੇਖੇ, ਟੂਲ ਪਲਾਜ਼ੇ ਵੇਖੇ, ਬੰਦਾ ਇਕੱਲਾ ਹੀ ਸੀ। ਠੀਕ ਆ, ਚਲੋ ਇਹ ਤਾਂ ਸਾਫ਼ ਹੋ ਗਿਆ, ਬੰਦਾ ਕਲੀਅਰ ਸੀ। ਦੂਜਾ ਮਨ 'ਚ ਸਵਾਲ ਇਹ ਆਇਆ, ਬੰਦਾ ਚੱਕਿਆ ਤਾਂ ਉਹ ਪੁਲਿਸ ਲੈ ਗਈ, ਨੋਵਾ ਗੱਡੀ ਪੁਲਿਸ ਬਾਅਦ 'ਚ ਲੈ ਕੇ ਗਈ ਤੇ ਚਾਬੀ ਬੱਚੇ ਵੀ ਸੀ ਗੱਡੀ ਦੇ। ਚਾਬੀ ਕਿੱਥੋਂ ਆਈ? ਫੇਰ ਇਹਨੂੰ ਸੱਦਿਆ। ਇਹਦਾ ਜਵਾਬ ਇਹ ਸੀ, ਗੱਡੀ ਦੀ ਚਾਬੀ ਮੈਂ ਤਾਂ ਰੱਖ ਗਈ ਤਾਂ ਜੋ ਬੱਸ ਚੜ੍ਹ ਕੇ ਆ ਜਾਵਾਂਗਾ। ਮੈਂ ਕਿਹਾ ਕਿਵੇਂ ਬੱਸ ਚੜ੍ਹ ਕੇ ਆ ਜਾਵਾਂ? ਕਹਿੰਦਾ ਮੈਨੂੰ ਇਹ ਸੀ ਵੀ ਮੈਨੂੰ ਸੇਵਾਦਾਰ ਉੱਥੇ ਸਵੇਰੋ ਸਵੇਰੇ 4 ਹੋਣਗੇ, ਫੜਨਗੇ, ਉਹਨਾਂ ਨੂੰ ਗੁੱਸਾ ਆਊਗਾ, ਮੈਨੂੰ ਕੁੱਟਣਗੇ, ਮਾਰਨਗੇ ਤੇ ਚੱਲ ਛੱਡ ਦੇਣਗੇ। ਮਾਫੀ ਮੰਗਾ ਕੇ ਮੈਂ ਮਾਫੀ ਮੰਗ ਲੂੰਗਾ ਤੇ ਮੈਂ ਚੜ੍ਹਿਆ ਆਊਂਗਾ। ਮੈਨੂੰ ਕੀ ਪਤਾ ਹੀ, ਕਹਿੰਦਾ ਏਡਾ ਵੱਡਾ ਕੰਮ ਹੋ ਜਾਊਗਾ। ਤੇ ਮੈਂ ਕਿਹਾ ਫਿਰ ਇਹ ਗੱਲ ਆ ਵੀ ਜਿਹੜੇ ਆਹ ਬੰਦੇ ਨੇ ਇਹਨੂੰ ਦਰਬਾਰ ਸਾਹਿਬ ਦਾ, ਮੈਂ ਉੱਥੇ ਫਿਰ ਇੱਕ ਚਿੱਤਰ ਬਣਾਇਆ, ਉਹਦੇ ਵਿੱਚ ਇੱਕ ਗੇਟ ਨਾਲ ਇਹਨੂੰ ਬਾਇਆ। ਜਿਹੜੀ ਵੀਡੀਓ ਵੇਖੀ, ਕਿਸੇ ਕੋਲੇ ਉਹ ਵੀਡੀਓ ਨਹੀਂ ਹੈਗੀ, ਮੈਂ ਵੇਖੀ ਆ। ਦੂਜਾ ਬੰਦਾ ਇਹਨੂੰ ਇਸ਼ਾਰਾ ਕਰਦਾ, ਉਹ ਕੌਣ ਆ? ਤੁਸੀਂ ਦੇਖੀ ਜਾਂ ਸਾਰੀ ਕਮੇਟੀ ਨੇ ਦੇਖੀ? 3 ਜਣਿਆਂ ਨੇ ਦੇਖੀ ਆ, ਕਮੇਟੀ ਵੀ ਸਾਰੀ ਨੇ ਨਹੀਂ ਦੇਖੀ ਗੀ। ਕਿਉਂਕਿ ਕਮੇਟੀ ਸਾਰੀ ਨੇ ਕਿਉਂ ਨਹੀਂ ਵੇਖੀ, 2 ਜਣੇ ਵਿੱਚ ਚੁੱਪ ਹੀ ਗਏ ਆ ਸਾਡੇ ਨਾਲ। ਕਿਉਂਕਿ ਨਾ ਇਹ ਵੀ ਸਵਾਲ ਉੱਠ ਰਿਹਾ ਵੀ ਅੰਮ੍ਰਿਤਪਾਲ ਨੂੰ ਇੰਨੀਆਂ ਗੱਲਾਂ ਕਿਵੇਂ ਪਤਾ ਲੱਗ ਗਈਆਂ, ਉਹਨੂੰ ਇੰਨਾ ਕੁਝ ਪੁਲਿਸ ਨੇ ਕਿਵੇਂ ਪੁੱਛਣ ਦੇਤਾ। ਮੈਂ ਤਾਂ ਕਰਕੇ ਪੁੱਛਿਆ ਵੀ ਤੁਸੀਂ ਇਕੱਲਿਆਂ ਨੇ ਦੇਖੀ ਆ ਜਾਂ ਬਾਕੀ ਮੈਂਬਰ ਵੀ ਨਾਲ ਸੀਗੇ? ਨਹੀਂ, ਬਾਕੀ ਮੈਂਬਰ 3 ਜਣਿਆਂ ਨੇ ਦੇਖੀ ਆ, ਹਜੇ ਵੀ ਬੰਦਿਆਂ ਕੋਲੇ ਹੈਗੀ ਆ। ਅੰਮ੍ਰਿਤਪਾਲ ਸਿੰਘ ਨੇ ਤਾਂ ਵੀਡੀਓ ਸੈਂਡ ਵੀ ਨਹੀਂ ਕਰਵਾਈ, ਕਿਉਂਕਿ ਇਹ ਨਾ ਮੁੜ ਕੇ ਕਹਿ ਦੇਣ ਵੀ ਅੰਮ੍ਰਿਤਪਾਲ ਸਿੰਘ ਨੇ ਲੀਕ ਕਰਤੀ। ਸਮਝ ਗਏ? ਫੋਟੋ ਵੀਡੀਓ ਤੇ ਘਰਦਿਆਂ ਦੀ, ਰਿਸ਼ਤੇਦਾਰਾਂ ਦੀ, ਸਾਰਿਆਂ ਕੁਛ ਮੈਂ ਅੱਖੀ ਕੱਢ ਲਈ ਆ, ਮੈਂ ਸੈਂਡ ਨਹੀਂ ਕਰਾਈ। ਫੋਨ ਵੀ ਮੈਂ ਇੱਥੇ ਹੀ ਛੱਡ ਕੇ ਜਾਂਦਾ ਸੀ, ਸਟਾਫ ਲੈ ਕੇ ਨਹੀਂ ਜਾਂਦਾ ਸੀ। ਮੈਂ ਇੱਕ ਵਾਰੀ ਲੈ ਕੇ ਗਿਆ, ਦੂਜੇ ਦਿਨ ਜਦੋਂ ਕੰਮ ਵਧਿਆ, ਕਿਉਂ ਨਾਲ ਦੇ ਸਿੰਘਾਂ ਨੂੰ ਮੈਂ ਇਹ ਕਹਿਤਾ ਮੇਰੇ ਕੋਲ ਪ੍ਰੂਫ ਵੱਧ ਆ, ਕੋਈ ਪਤਾ ਨਹੀਂ ਮੌਕੇ ਦੀ ਗੌਰਮੈਂਟ ਮੇਰੇ ਨਾਲ ਕੀ ਚਾਲ ਖੇਡ ਜੇ। ਮੈਂ ਲਾਈਵ ਲੋਕੇਸ਼ਨ ਭੇਜ ਕੇ ਗਿਆ, ਮੈਂ ਜਿੱਥੇ ਜਿੱਥੇ ਜਾਊਂਗਾ ਤੇ ਨੇੜੇ ਤੇੜੇ ਰਿਓ, ਕੁਛ ਵੀ ਘਟਨਾ ਵਾਪਰ ਸਕਦੀ ਆ। ਇਹਨਾਂ ਨੇ
ਕੁਛ ਵੀ ਕੋਈ ਵੀ ਇਲਜ਼ਾਮ ਲਾ ਦੇਣਾ। ਜਦੋਂ ਬੰਦਾ ਮੂਹਰੇ ਲੱਗਦਾ ਤੇ ਕੋਈ ਵੀ ਇਲਜ਼ਾਮ ਲੱਗ ਜਾਂਦਾ ਹੁੰਦਾ। ਇਹ ਕੋਈ ਬਾਹਲੀ ਵੱਡੀ ਆਪਾਂ ਨੂੰ ਫਿਕਰ ਨਹੀਂ ਹੈਗੀ। ਜਦੋਂ ਇਹ ਕੈਮਰੇ ਰਿਕਾਰਡਿੰਗ ਕਢਾਈਆਂ ਮੈਂ, ਫਿਰ ਹੁਣ ਮੈਨੂੰ ਆਹ ਬੰਦਾ ਚਾਹੀਦਾ ਬਾਈ ਜੀ ਜਿਹੜਾ ਉਹਨੂੰ ਇਸ਼ਾਰਾ ਕਰਕੇ ਗਿਆ। ਆਹ ਦਰਬਾਰ ਸਾਹਿਬ ਆ, ਇੱਥੇ ਸੱਚਖੰਡ ਸਾਹਿਬ ਆ, ਇਹਦੇ ਵਿੱਚ ਇੱਥੇ ਰਾਗੀ ਕੀਰਤਨ ਕਰੀ ਜਾਂਦੇ ਆ। ਇਹ ਬੰਦਾ ਇਹਨਾਂ ਦੇ ਇੱਧਰਲੀ ਸਾਈਡ ਪਿੱਛੇ ਕੋਨੇ 'ਚ ਬਹਿ ਗਿਆ। ਇਹਦੇ ਸਾਹਮਣੇ ਇੱਥੇ ਦੂਜਾ ਬੰਦਾ, ਇਹਨੇ ਕੀ ਕੀਤਾ, ਐਨਕਾਂ ਲਾ ਕੇ ਪੱਟ ਥੱਲੇ ਰੱਖ ਲਈਆਂ। ਫਿਰ ਇਹ ਬੰਦੇ ਨੇ ਇਹਨੂੰ ਉਧਰੋਂ ਵੇਖ ਕੇ ਤੇ ਇੱਧਰ ਵੇਖ ਕੇ ਇਸ਼ਾਰਾ ਕਰਤਾ ਵੀ ਕੋਈ ਨਹੀਂ। ਇਹ ਬੰਦਾ ਬਾਹਰ ਉੱਠ ਗਿਆ। ਇਹ ਬੰਦੇ ਨੇ ਐਨਕਾਂ ਚੱਕ ਕੇ ਇੱਥੇ ਟੰਗ ਲਈਆਂ, ਜੇਬ ਚੋਂ ਕੱਢੀ ਸਿਗਰਟ ਲਾ ਕੇ, ਸੂਤਾ ਮਾਰ ਕੇ, ਧੂਆਂ ਪੂਰਾ ਖਿੱਚ ਕੇ, ਜਿਹੜਾ ਅੰਦਰ ਸ਼ੀਸ਼ਾ ਲੱਗਾ ਸੱਚਖੰਡ ਸਾਹਿਬ ਦਾ, ਉੱਥੇ ਜਾ ਕੇ ਤੇ ਬਾਰ ਦੇ ਉੱਤੇ ਪੂਰਾ ਧੂਆਂ ਛੱਡ ਕੇ ਤੇ ਉਹ ਸਿਗਰਟ ਸੀਗੀ ਜਿਹੜੀ ਤੇ ਰਾਗੀਆਂ ਦੇ ਆਲੂ ਨੂੰ ਸਿੱਟ ਕੇ ਆ ਗਏ। ਉਹ ਜਿਹੜਾ ਧੂਆਂ ਸ਼ੀਸ਼ੇ ਤੇ ਨਹੀਂ ਵੱਜਾ। ਉੱਥੇ 10ਵੇਂ ਪਾਤਸ਼ਾਹ ਬੈਠ ਕੇ ਸਵੇਰੇ ਨਿਤਨੇਮ ਤੇ ਕੀਰਤਨ ਸੁਣ ਰਹੇ ਸੀ। ਇਹ ਬੰਦੇ ਨੇ ਇਹ ਕਰਤੂਤ ਕੀਤੀ ਆ। ਸਿੱਖਾਂ ਨੂੰ ਇਹ ਚੈਲੰਜ ਕਰਤਾ ਵੀ ਸਿੱਖੋ, ਆਹ ਤੁਹਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਤੇ ਮੈਂ ਤੰਬਾਕੂ ਦਾ ਧੂਆਂ ਛੱਡ ਕੇ ਚੱਲਿਆ, ਕਰ ਲਓ ਕੀ ਕਰਨਾ। ਤੇ ਸਿੱਖਾਂ ਨੇ ਕੀ ਕਰਤਾ ਬਈ? ਜਿਹੜੀ ਚੀਜ਼ ਸੁਣਨ 'ਚ ਐਂ ਲੱਗਦਾ ਵੀ ਇਹ ਕੀ ਵਾਪਰ ਗਿਆ। ਜੇ ਉਹ ਤਸਵੀਰ ਜਾਂ ਉਹ ਵੀਡੀਓ ਜਨਤਕ ਹੋ ਜਾਂਦੀ ਆ, ਲੋਕਾਂ 'ਚ ਪਹੁੰਚ ਜਾਂਦੀ ਆ, ਤਾਂ ਲੱਗਦਾ ਨਹੀਂ ਵੀ ਮਤਲਬ ਅੰਦਰੋਂ ਹੋਰ ਜ਼ਿਆਦਾ ਲੋਕ ਜਿਹੜੇ ਆ ਵਲੂੰਧਰੇ ਜਾਣਗੇ, ਸਿੱਖ ਕੌਮ ਜਿਹੜੀ ਵਲੂੰਧਰੀ ਜਾਊਗੀ। ਦੋ ਗੱਲਾਂ ਇਹਦੇ 'ਚ, ਗੌਰਮੈਂਟ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਵੀਡੀਓ ਲੀਕ ਨਹੀਂ ਕਰਨੀ ਗੀ। ਉਹਦੇ ਨਾਲ ਇਹ ਬੰਦੇ ਭੜਕ ਜਾਣਗੇ। ਇਹ ਉਹਨਾਂ ਦਾ ਵਹਿਮ ਆ। ਮਰੇ ਹੋਏ ਬੰਦੇ ਥੋੜ੍ਹੀ ਭੜਕਦੇ ਹੁੰਦੇ ਆ, ਕਿਉਂਕਿ ਮਰ ਚੁੱਕੇ ਸਾਰੇ। ਮੇਰੇ ਮਨ ਦੀ ਜਿਹੜੀ ਮਨਸ਼ਾ ਸੀ, ਮੈਂ ਤੁਹਾਨੂੰ ਦੱਸਦਾ ਵੀ ਉਹ ਨਹੀਂ ਲੀਕ ਹੋਣੀ ਚਾਹੀਦੀ। ਕਿਉਂਕਿ ਆਉਣ ਵਾਲੇ 15 20 50 ਸਾਲਾਂ ਨੂੰ ਸਾਨੂੰ ਦੂਜੇ ਬੰਦੇ ਕਿਆ ਕਰਨਗੇ, ਉਹ ਕਿਹੜੇ ਸਿੱਖ, ਉਹ ਤੁਹਾਡੇ ਤਖਤਾਂ ਤੇ ਬਹਿ ਬਹਿ ਕੇ ਤਾਂ ਅਸੀਂ ਸਿਗਰਟਾਂ ਪੀਤੀਆਂ, ਪੀ ਕੇ ਗਏ ਆ ਨਾ। ਮੱਸੇ ਰੰਗੜ ਵਾਲਾ ਕੰਮ ਕੀਤਾ ਕਿ ਨਹੀਂ? ਮੱਸੇ ਰੰਗੜ ਨੇ ਸਾਨੂੰ ਇਹ ਗੱਲ ਕਹਿਤੀ ਸੀ, ਉਹ ਸਿੱਖੋ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਸਾਡੇ ਹੁੱਕੇ ਚੱਲਦੇ ਆ। ਤੇ ਇਹੀ ਗੱਲ ਸਰਸੇ ਵਾਲੇ ਨੇ ਭਾਵੇਂ ਜੇਲ੍ਹ 'ਚ ਤੇ ਚਾਹੇ ਬਾਹਰ, ਇਹ ਗੱਲ ਅੱਜ ਸਾਬਤ ਕਰਤੀ। ਸਿੱਖੋ ਤੁਹਾਡੇ ਅਕਾਲ ਤਖ਼ਤ ਸਾਹਿਬ, ਉਹ ਸ੍ਰੀ ਕੇਸਗੜ੍ਹ ਸਾਹਿਬ, ਜਿੱਥੋਂ ਤੁਹਾਡੀ ਜੜ ਲੱਗੀ ਸੀ, ਅੱਜ ਅਸੀਂ ਉੱਥੇ ਜਾ ਕੇ ਧੂੰਆਂ ਛੱਡਿਆ ਆ, ਹੁੱਕਾ ਪੀਆ ਆ। ਕਰ ਲਓ ਕੀ ਕਰਨਾ। ਇਹ ਖਤਮ ਹੋ ਗਈ ਖੇਡ। ਤੁਸੀਂ ਕਹਿੰਦੇ ਹਿਰਦੇ ਵਲੂੰਧਰੇ ਜਾਣਗੇ। ਬਾਈ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਆ, ਮੈਂ ਕੋਈ ਵੀ ਐਕਸ਼ਨ ਲੈਣਾ ਧਾਰਮਿਕ ਲੈਣ ਦੇ ਵਿੱਚ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨਹੀਂ ਮੰਨਦਾ, ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨ ਕੇ ਚੱਲਦਾ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਆ, ਬਰਗਾੜੀ ਵਾਲਾ ਕੇਸ ਤੁਹਾਨੂੰ ਮਾੜਾ ਦੱਸਦਾ, ਹਿਰਦੇ ਵਲੂੰਧਰ ਦੀ ਗੱਲ ਦੱਸਦਾ। ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦਿਆਂ ਨੇ ਚੱਕਿਆ, ਲੱਤਾਂ ਬਾਹਾਂ ਵੱਢ ਕੇ, ਸਿਰ ਵੱਢ ਕੇ ਖਿਲਾਰਤਾ ਗਲੀਆਂ ਨਾਲੀਆਂ 'ਚ, ਤੇ ਜਿਹੜੀ ਦੇਹ ਬਚੀ ਸੀ ਰੂੜੀ 'ਚ ਦੱਬਤੀ। ਸਿੱਖਾਂ ਦੇ ਤਾਂ ਉਦੋਂ ਨਹੀਂ ਹਿਰਦੇ ਵਲੂੰਧਰੇ ਗਏ। ਇਹ ਵੀ ਛੱਡੋ, ਆਹ 2 ਮਹੀਨੇ ਪਹਿਲਾਂ, 3 ਮਹੀਨੇ ਪਿੱਛੇ ਜੌਲੀਆ ਪਿੰਡ ਆ ਜਿਹੜਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਆ। ਤੇ ਇੱਕ ਬੁੜੀ ਆਈ ਆ ਸਰਸੇ ਵਾਲੀ ਦੀ ਕਹਿੰਦੇ, ਉਹ ਵੀ ਤੇ ਤੇਲ ਛਿੜਕ ਕੇ ਉਹਨੇ ਜਿਉਂਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਗ ਲਾਤੀ। ਸਿੱਖਾਂ ਦੇ ਹਿਰਦੇ ਕਿੱਧਰ ਗਏ ਬਈ? ਤੇ ਆਹ ਤਾਂ ਗੱਲ ਹੀ ਕੁਛ ਨਹੀਂ ਫਿਰ ਇਹ ਸਾਹਮਣੇ। ਜਦੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੱਢ ਕੇ ਖਿਲਾਰਤਾ, ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਉਂਦੇ ਜੀ ਉਹਨਾਂ ਦੀ ਦੇਹ ਨੂੰ ਅੱਗ ਲਾਤੀ, ਤੇ ਅੱਜ ਜੇ ਕੋਈ ਬੰਦਾ ਧੂੰਆਂ ਸਿਗਰਟ ਪੀ ਕੇ ਧੂੰਆਂ ਮਾਰ ਜੂ ਮੂੰਹ ਤੇ ਉਹ ਚੀਜ਼ ਨਾਲੋਂ ਤਾਂ ਫਿਰ ਇਹ ਵਧੀਆ। ਤੇ ਇਹ ਗੱਲ ਵੀ ਜਾਇਜ਼ ਆ। ਵੱਡੀ ਬੇਅਦਬੀ ਵੱਢਣ ਵਾਲੀ ਸੀ, ਸੜਕਾਂ ਜਾਮ ਹੋ ਗਈਆਂ ਸੀ। ਛੋਟੀ ਬੇਅਦਬੀ ਇਹਨਾਂ ਨੇ ਮੰਨੀ ਜੌਲੀਆਂ ਵਾਲੀ, ਕੱਖ ਨਹੀਂ ਹੋਇਆ। ਤੇ ਉਦੋਂ ਛੋਟੀ ਮੰਨਦੇ ਆ ਇਹ, ਤੇ ਹਜੇ ਤੱਕ ਇੱਥੇ 20 ਬੰਦੇ ਇਕੱਠੇ ਨਹੀਂ ਹੁੰਦੇ। ਜਾ ਕੇ ਵੇਖ ਲਓ, ਸ਼ਰਤ ਵਾਲੀ ਗੱਲ ਆ। ਜੇ 4 ਵੀ ਬੰਦੇ ਮੈਨੂੰ ਤੁਸੀਂ ਗਿਣਾ ਦਿਓ ਤੇ ਜੁੱਤੀਆਂ ਮਾਰਿਓ ਮੇਰੇ, ਕੋਈ ਨਹੀਂ ਗਾ। ਤੇ ਆ ਅਸੀਂ ਮੋਗੇ, ਤਰਨ ਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡੇ ਤੋਂ ਨਾਲ ਦੇ ਸਿੰਘ ਇੱਥੇ 30 ਜਣੇ ਫਿਰਦੇ ਅਸੀਂ। ਅਨੰਦਪੁਰ ਸਾਹਿਬ ਦੀ ਸੰਗਤ ਨਹੀਂ ਦੇ ਰਹੀ ਸਾਥ, ਮਤਲਬ ਤੁਸੀਂ ਸਿੱਧਾ ਕਹਿ ਰਹੇ ਹੋ? ਨਹੀਂ, ਮੈਂ ਸਿੱਧਾ ਨਹੀਂ ਕਹਿ ਰਿਹਾ, ਮੈਂ ਇਹ ਕਹਿ ਵੀ ਨਹੀਂ ਸਕਦਾ ਗਾ, ਕਿਉਂਕਿ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਸਿੰਘ ਰਹਿੰਦੇ ਉਹ ਕਿੱਥੋਂ ਕਿੱਥੋਂ ਦੇ ਆ। ਸ਼ਾਇਦ ਅਨੰਦਪੁਰ ਸਾਹਿਬ ਦੇ ਵੀ ਵਿੱਚ ਹੋਣ, ਮੈਂ ਪੁੱਛਦਾ ਨਹੀਂ ਕਿਸੇ ਨੂੰ। ਪਰ ਜੇ 30 ਬੰਦੇ 5 ਜ਼ਿਲ੍ਹਿਆਂ ਦੇ ਆ, ਤੇ ਫਿਰ ਇਹ ਤਾਂ ਅਨੰਦਪੁਰ ਸਾਹਿਬ ਦੀ ਨਾ ਮਾਤਰ ਹੀ ਆ। ਤੇ ਇਹ ਇਤਿਹਾਸ ਗਵਾਵਾ, ਜਦੋਂ ਅੰਮ੍ਰਿਤ ਛਕਾਇਆ ਸੀ ਅਨੰਦਪੁਰ ਸਾਹਿਬ ਦੇ, ਤਾਂ ਉਦੋਂ ਨਹੀਂ ਆਏ ਵੀ ਅੱਜ ਸਾਨੂੰ ਗਿੱਦੜੋਂ ਸ਼ੇਰ ਬਣਾ ਦੇਗੇ। ਤੇ ਹੁਣ ਤਾਂ ਫਿਰ ਉਹ ਜਿਨ੍ਹਾਂ ਨੇ ਜਦੋਂ 5 ਸਿਰ ਦੀ ਮੰਗ ਕੀਤੀ 10ਵੇਂ ਪਾਤਸ਼ਾਹ ਨੇ, ਤੇ ਅੱਜ 5 ਸਿਰਾਂ ਦੀ ਮੰਗ ਕਰ ਰਹੇ ਆ ਦੁਬਾਰਾ, ਤੇ ਉਹ ਉਹੀ ਆਉਣਗੇ ਨਾ ਫਿਰ, ਉੱਥੋਂ ਹੀ ਆਉਣਗੇ ਜਿਨ੍ਹਾਂ ਨੇ ਦੇਣੇ ਆ। ਇਹਨਾਂ ਨੇ ਨਾ ਉਦੋਂ ਦਿੱਤੇ ਨਾ ਹੁਣ ਦੇਣੇ ਆ। ਭਾਈ ਸਾਹਿਬ, ਗੱਲ ਐ ਆ ਵੀ 2 ਦਿਨ ਪਹਿਲਾਂ ਐਡੀ ਵੱਡੀ ਹੈ ਨਾ ਕੋਈ ਬੰਦਾ ਹਰਕਤ ਕਰਦਾ, ਬੇਅਦਬੀ ਹੁੰਦੀ ਆ, ਪਰ ਅੱਜ ਦੇਖ ਲਓ ਸਾਡੀ ਵੀ ਇਹ ਕਹਿ ਲਓ ਵੀ ਅਸੀਂ ਤਰਾਸਦੀ ਸਮਝਦੇ ਹਾਂ ਵੀ ਸਾਨੂੰ ਚਰਚਾ ਆਪਣਿਆਂ ਤੇ ਵੱਧ ਕਰਨੀ ਪੈ ਰਹੀ ਆ ਵੀ ਸਾਡਿਆਂ ਨੇ ਕਿਉਂ ਨਹੀਂ ਇਤਬਾਰ ਕੀਤਾ, ਜਾਂ ਤੁਸੀਂ ਆ ਜਿਹੜੇ ਕਮੇਟੀ ਦੇ ਵਿੱਚ ਸੀਗੇ ਹੁਣ ਨਹੀਂ ਹੈਗੇ। ਇਹ ਨਹੀਂ ਸੀ ਹੋ ਸਕਦਾ ਵੀ ਜੇ ਉਹ ਤੁਹਾਨੂੰ ਕਹਿੰਦੇ ਸੀ ਪਾਸੇ ਹੋ ਜਾਓ ਤਾਂ ਤੁਸੀਂ
ਕਹਿ ਦਿੰਦੇ ਕਿ ਠੀਕ ਆ ਹੋਰ ਬੰਦਾ ਮੂਹਰੇ ਕਰ ਲਓ, ਮੈਂ ਪਿੱਛੇ ਹੋ ਕੇ ਕੰਮ ਕਰ ਲੈਣਾ। ਹੁਣ ਜੇ ਆਪਾਂ ਕਹਿ ਰਹੇ ਹਾਂ ਕਿ ਸੰਗਤ ਨੇ ਮੌਕਾ ਨਹੀਂ ਦਿੱਤਾ ਹੈਗਾ, ਤਾਂ ਤੁਹਾਡੀ ਗੱਲ ਜਿਹੜੀ ਆ ਉਹ ਵੀ ਤਾਂ ਖਟਕੂਗੀ, ਉਹਦੇ ਨਾਲ ਵੀ ਤਾਂ ਇਹ ਸੁਣਿਆ ਜਾਊਗਾ ਕਿ ਇਹ ਦੁਫਾੜ ਬੈਠੇ ਨੇ। ਤੇ ਬਈ ਇਹ ਕਿਹੜਾ ਨਵੀਂ ਗੱਲ ਆ ਕੋਈ, ਤੇ ਤਾਂ ਸਾਰਿਆਂ ਨੂੰ ਪਤਾ ਵਾ। ਜਦੋਂ ਕੋਈ ਕਾਮਯਾਬ ਹੁੰਦਾ ਵਾ ਜਾਂ ਕੋਈ ਰਿਜ਼ਲਟ ਨੇੜ ਆਉਂਦਾ ਵਾ ਤੇ ਦੂਜੇ ਬੰਦੇ ਪਾੜ ਦਿੰਦੇ ਆ ਇਹਨੂੰ। ਅਸੀਂ ਕੰਨਾਂ ਦੇ ਕੱਚੇ ਨਹੀਂ ਹੈਗੇ। ਉਹ ਨਹੀਂ ਚਾਹੁੰਦੇ ਵੀ ਗੁਰੂ ਸਾਹਿਬ ਦਾ ਇਨਸਾਫ ਮਿਲੇ ਸਾਨੂੰ, ਤੁਸੀਂ ਕਹਿੰਦੇ ਹੋ ਪਾੜ ਦਿੰਦੇ ਆ। ਨਹੀਂ, ਇਹ ਤਾਂ ਹੁਣ ਉਹਨਾਂ ਦੇ ਮਨ ਦੀ ਮਨਸ਼ਾ। ਜੇ ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਆ ਵੀ ਇਨਸਾਫ ਨਹੀਂ ਚਾਹੁੰਦੇ, ਫਿਰ ਉਹਨਾਂ ਨੂੰ 24 ਘੰਟੇ ਤੇ ਚਾਹੀਦਾ। ਜੇ ਇਨਸਾਫ ਚਾਹੁੰਦੇ ਆ, ਮੈਂ ਮੰਨਦਾ ਉਹਨਾਂ ਨੂੰ ਇਨਸਾਫ ਚਾਹੀਦਾ, ਪਰ ਕਈ ਬੰਦੇ ਦੀ ਸੋਚ ਤੇ ਸੋਚਣ ਸ਼ਕਤੀ ਤੇ ਕਰਨ ਦੀ ਸਮਰੱਥਾ ਵੱਖੋ ਵੱਖਰੀ ਹੁੰਦੀ ਆ। ਉਂਗਲਾਂ ਤੇ ਚੜ ਜਾਂਦੇ ਲੋਕ, ਕੰਨਾਂ ਦੇ ਕੱਚੇ ਹੁੰਦੇ ਆ। ਉਹਨਾਂ ਨੇ ਜੇ ਕਿਸੇ ਨੇ ਵਿੱਚ ਆ ਕੇ ਫੂਕ ਮਾਰਤੀ, ਯਾਰ 2 ਦਿਨ ਹੋ ਗਏ ਅੰਮ੍ਰਿਤ ਮੂਹਰੇ ਲਾਇਆ, ਹਜੇ ਕਰ 10 ਦਿਨ ਹੀ ਵਿਕ ਗਿਆ, ਹੋਰ ਬੰਦਾ ਵਾੜੋ। ਉਹ ਬੰਦਾ ਕੰਨਾਂ ਦਾ ਕੱਚਾ, ਉਹਨੇ ਰੌਲਾ ਪਾ ਦੇਣਾ। ਹੁਣ ਇੱਕ ਬਜ਼ੁਰਗ ਆ, ਕੱਲ ਉਹਨੇ ਪਾਇਆ ਹੀ ਆ, ਉਹ ਕਹਿੰਦਾ ਅਮਰਤਪਾਲ ਸਿੰਘ ਝੂਠ ਬੋਲਦਾ। 7 ਵਚਨ ਜੀ ਅਸੀਂ ਝੂਠ ਬੋਲਦੇ, ਤੇ ਆ ਹੁਣ ਉਹਨੂੰ ਕਮੇਟੀ 'ਚ ਪਾਇਆ ਵਿਆ, ਤੇ ਉਹਨੂੰ ਪੁੱਛੋ ਵੀ ਅੱਜ ਦੀ ਅਪਡੇਟ ਕੀ ਆ। ਉਹਨੂੰ ਇਹ ਵੀ ਪੁੱਛ ਲਓ ਬੰਦੇ ਦੀ ਸ਼ਕਲ ਕਿਹੋ ਜਿਹੀ ਆ ਯਾਰ, ਨਹੀਂ ਦੱਸਣਾ ਨਾ। ਤੇ ਫਿਰ ਹੁਣ ਇਹ ਦੱਸੋ ਵਿਕਿਆ ਕਿਹੜਾ? ਵਿਕਿਆ ਨਾ ਉਹ ਆ ਨਾ ਮੈਂ ਆ, ਇਹ ਸਾਡੇ ਮਨਾਂ ਨੇ ਹੀ ਸਾਨੂੰ ਪਾੜਤਾ। ਇੱਕ ਦੂਜੀ ਗੱਲ ਹੋਰ ਬਹੁਤ ਵੱਡੀ ਆ, ਮੈਂ ਕਿਸੇ ਟਾਈਮ ਸਾਰੇ ਜਥੇਬੰਦੀਆਂ ਦੇ ਮੁਖੀਆਂ ਬਾਰੇ ਬੋਲਿਆ ਸੀ, ਉਹ ਮੇਰੇ ਸਵਾਲ ਸੀਗੇ, ਮੇਰੇ ਵੱਲੋਂ ਉਹ ਗੱਲਾਂ ਸਹੀ ਸੀ ਤੇ ਅੱਜ ਵੀ ਆ। ਪਰ ਉਹਨਾਂ ਨੂੰ ਇਹ ਗੱਲ ਮਾੜੀ ਲੱਗੀ, ਉਹ ਗੁੱਸੇ ਵੀ ਹੋਏ ਆ। ਪਰ ਅੱਜ ਦੇ ਸਮੇਂ ਮੈਂ ਪਤਾ ਕੀ ਕਰਦਾ, ਸਾਰੇ ਦਲ ਪੰਥ ਆ ਜਿਹੜੇ ਬੁੱਢਾ ਦਲ ਆ, ਦਲ ਬਾਬਾ ਬਿਧੀ ਚੰਦ ਜੀ ਆ, ਹੈ ਨਾ, ਬਾਬਾ ਬਲਵੀਰ ਸਿੰਘ ਜੀ ਆ, ਬਾਬਾ ਅਵਤਾਰ ਸਿੰਘ ਜੀ ਆ, ਤਰਨਾ ਦਲ ਆ, ਹਰੀਆਂ ਵੇਲਾ, ਦਮਦਮੀ ਟਕਸਾਲ ਆ, ਜਿਹੜੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਤੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਕੀ ਕਰਾਂਗੇ ਆਪਾਂ ਅੱਗੇ, ਵੀ ਸਾਡਾ ਸਾਰਾ ਕੁਝ ਖਤਮ ਹੋ ਗਿਆ। ਅਸੀਂ ਕਿਵੇਂ ਕਹਿ ਦਾਂਗੇ ਵੀ ਸਾਡੇ ਜਿਹੜੇ ਦਲ ਪੰਥ ਆ, ਜਿਹੜੇ ਸਾਡੇ ਜਥੇਦਾਰ ਸਾਹਿਬ ਹੈਗੇ ਆ, ਉਹ ਅਸੀਂ ਸਿੱਖ ਆ। ਸਾਡੇ ਕੋਲੇ ਕੀ ਸਾਡੇ ਕੋਲ ਅਥਾਰਟੀ ਕੀ ਆ? ਅਸੀਂ ਕਹਿ ਦਈਏ ਵੀ ਅਸੀਂ ਸਿੰਘ ਆ ਯਾਰ। ਨਾ ਸਾਡੇ ਗੁਰੂ ਘਰ ਸੇਫ ਆ, ਨਾ ਸਾਡੇ ਗੁਰਦੁਆਰਾ ਸਾਹਿਬ ਉਹ ਗੁਰੂ ਗ੍ਰੰਥ ਸਾਹਿਬ ਸੇਫ ਆ, ਨਾ ਸਾਡੀ ਮਰਿਆਦਾ ਸੇਫ ਆ, ਸਾਡਾ ਕੁਛ ਵੀ ਨਹੀਂ ਸੇਫ। ਫਿਰ ਘੋੜਿਆਂ ਤੇ ਚੜ੍ਹ ਕੇ ਮਹੱਲੇ ਕੱਢਣ ਦਾ ਕੀ ਫਾਇਦਾ ਵਾ? ਅਸੀਂ ਇਹ ਕਹਿੰਦੇ ਆ ਇਸ ਚੀਜ਼ ਦਾ ਹੱਲ ਹੈਗਾ ਬਈ, ਬੇਅਦਬੀਆਂ ਦਾ ਹੱਲ ਹੈਗਾ ਪੱਕਾ। ਸੰਗਤ ਮੰਗ ਕਰੇ, ਸ਼੍ਰੋਮਣੀ ਕਮੇਟੀ ਦੀ ਜਿਹੜੀ ਪਾਵਰ ਆ ਉਹ ਬੁੱਢਾ ਦਲ ਦੇ ਮੁਖੀ ਨੂੰ ਦੇਵੇ। ਸਾਰੇ ਜਿਹੜੇ ਮੇਨ ਸਥਾਨ ਆ, ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਆ, ਹਜ਼ੂਰ ਸਾਹਿਬ ਆ, ਪਟਨਾ ਸਾਹਿਬ ਆ, ਅਨੰਦਪੁਰ ਸਾਹਿਬ ਆ, ਤੇ ਹੋਰ ਕਿਹੜਾ ਸੀ, ਦਮਦਮਾ ਸਾਹਿਬ ਆ, ਉੱਥੋਂ ਦੀ ਜਿਹੜੀ ਸਾਰੀ ਪਾਵਰ ਆ ਉਹ ਦੂਜੇ ਜਥੇਦਾਰਾਂ ਨੂੰ ਦੇਣ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਦਮਦਮਾ ਸਾਹਿਬ ਦੀ ਦੇ ਦੇਣਾ, ਹਜ਼ੂਰ ਸਾਹਿਬ ਹਰੀਆਂ ਬੇਲਾਂ ਨੂੰ ਦੇ ਦੇਣਾ। ਨਹੀਂ, ਫਿਰ ਸ਼੍ਰੋਮਣੀ ਕਮੇਟੀ ਦਾ ਕੀ ਵਜੂਦ ਰਹਿ ਜਾਊਗਾ ਜਦੋਂ ਤਾਕਤ ਹੀ ਇਦਾਂ ਦੇ ਦੇਣੀ ਆ? ਫਿਰ ਸੰਵਿਧਾਨਿਕ ਢੰਗ ਨਾਲ ਜਿਹੜੇ ਲੋਕ ਚੁਣ ਕੇ ਆਉਂਦੇ ਨੇ ਉਹਨਾਂ ਦਾ ਤਾਂ ਫਿਰ ਕਹਿ ਲਓ ਵੀ ਰੋਲ ਹੀ ਮੁੱਕ ਗਿਆ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਿੱਧੀ ਉਹ ਤਾਕਤ ਦੇ ਦਿਓ। ਜਿੰਨੀਆਂ ਬੇਅਦਬੀਆਂ ਹੋਈਆਂ ਸਾਰੀਆਂ ਸ਼੍ਰੋਮਣੀ ਕਮੇਟੀ ਦੇ ਅੰਡਰ ਹੀ ਹੋਈਆਂ। ਜਿਹੜੇ ਗੁਰਦੁਆਰਾ ਸਾਹਿਬ ਆ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਬੇਅਦਬੀਆਂ ਹੋਈਆਂ। ਨਿਹੰਗਾ ਸਿੰਘਾਂ ਦੇ ਅੰਡਰ ਕੋਈ ਵੀ ਸਥਾਨ ਆ ਮੈਨੂੰ ਬੇਅਦਬੀ ਹੋਈ ਦਿਖਾਓ, ਕਿਉਂਕਿ ਉਹ ਡਰਦੇ ਆ। ਨਿਹੰਗਾ ਸਿੰਘਾਂ ਦੀ ਕੁੱਟ ਬਹੁਤ ਮਾੜੀ ਆ, ਇਹ ਮਾਰ ਵੀ। ਇੱਕ ਗੱਲ ਹੋਰ, ਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਿਹੰਗਾ ਸਿੰਘਾਂ ਦੇ ਅੰਡਰ ਹੁੰਦਾ, ਪਹਿਲੀ ਗੱਲ ਉਹ ਬੰਦੇ ਨੇ ਸੋਚਣਾ ਨਹੀਂ ਸੀ। ਜੇ ਸੋਚ ਲਿਆ ਜਾਂਦਾ ਤੇ ਮੈਂ ਕਹਿੰਦਾ ਉਹਦੀ ਧੌਣ ਕੱਦੋਂ ਗੁਲਾ ਕੇ ਨਿਹੰਗਾ ਸਿੰਘਾਂ ਨੇ ਰੋੜ ਦੇਣੀ ਸੀ। ਨਿਹੰਗਾ ਸਿੰਘਾਂ ਨੇ ਧੌਣ ਵੱਢ ਕੇ ਤੇ ਲੱਤਾਂ ਪੁੱਠੀਆਂ ਕਰਕੇ ਸਾਨੂੰ ਡਿਊਟੀ ਤੇ ਲਮਕਾ ਦੇਣਾ ਸੀ, ਤੇ ਉੱਥੇ ਪਰਚਾ ਲਾ ਦੇਣਾ ਸੀ ਇਹ ਬੰਦੇ ਨੇ ਆ ਕੇ ਸਿਗਰਟ ਪੀਤੀ ਇੱਥੇ। ਤੇ ਸਾਰੀ ਜ਼ਿੰਦਗੀ ਕੋਈ ਬੰਦਾ ਤਖਤ ਤੇ ਤਾਂ ਦੂਰ ਦੀ ਗੱਲ, ਆਨੰਦਪੁਰ ਸਾਹਿਬ ਦੇ 100 ਕਿਲੋਮੀਟਰ ਦੇ ਅੰਦਰ ਦਾ ਸੈਕਟਰ ਲੈ ਕੇ ਨਹੀਂ ਵੜਦਾ। ਇਹ ਆਹ ਸਜ਼ਾ ਚਾਹੀਦੀ ਸਿੱਖਾਂ ਦੀ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਸਾਰੀਆਂ ਸੰਪਰਦਾਵਾਂ ਨੂੰ, ਜਥੇਬੰਦੀਆਂ ਨੂੰ ਇਹ ਪਾਵਰ ਚਾਹੀਦੀ ਆ। ਬਾਈ ਜੀ, ਜਦੋਂ ਸ਼੍ਰੋਮਣੀ ਕਮੇਟੀ ਛਾਪਦੀ ਆ ਗੁਰੂ ਗ੍ਰੰਥ ਸਾਹਿਬ, ਉਹਦੇ ਤੇ ਕੋਈ ਸੀਰੀਅਲ ਨੰਬਰ ਨਹੀਂ, ਕੋਈ ਉਹਦੇ 'ਚ ਪੈਨ ਡਰਾਈਵ ਨਹੀਂ ਲੱਗਦੀ, ਕੋਈ ਉਹਦੀ ਨੰਬਰ ਪਲੇਟ ਨਹੀਂ, ਕਿਹਨੂੰ ਦਿੱਤਾ, ਕੌਣ ਲੈ ਗਿਆ, ਕਿੰਨੇ ਵੇ ਲੈ ਗਿਆ, ਕੋਈ ਉਹਦੀ ਵੈਲਿਡਿਟੀ ਨਹੀਂ ਹੈਗੀ ਕਿੰਨੇ ਚਿਰ ਪਿੱਛੋਂ ਚੇਂਜ ਕਰਨਾ। ਆਪਦੀ ਮਰਜ਼ੀ ਨਾਲ ਤਾਂ ਚੱਕੀ ਫਿਰਦੇ ਆ। ਜਿਹੜੀਆਂ ਚੀਜ਼ਾਂ ਦੀ ਸੇਲ ਲੱਗਦੀ ਹੋਵੇ ਨਾ ਬਾਈ, ਉਹਦੀ ਇੱਜ਼ਤ ਉੱਜਤ ਨਹੀਂ ਹੁੰਦੀ। ਇੱਥੋਂ ਸ਼ਰਾਬ ਪੀ ਲਾ, ਬੋਤਲ ਸ਼ਰਾਬ ਦੀ ਢਕਾਰ ਮਾਰ ਲਿਆ ਤੇ ਜਾ ਕੇ ਕਾਰ ਖਰੀਦ ਲਾ। ਪੰਜੇ ਗਾਂਹ ਵਾਲੇ ਬੰਦੇ ਨੂੰ ਪੈਸੇ ਚਾਹੀਦੇ ਉਹਨੇ, ਇਹ ਥੋੜ੍ਹੀ ਵੇਖਣਾ ਸ਼ਰਾਬੀ ਲੈਣਾ ਆ, ਤੇ ਉਸੇ ਹੀ 5 ਕਕਾਰਾਂ ਨੂੰ ਲੈ ਕੇ ਉੱਥੇ ਰੱਖ ਕੇ ਭਾਵੇਂ ਉਹਦੇ ਤੇ ਬਾਥਰੂਮ ਕਰ ਦੇਵੇ, ਉਹਨੂੰ ਕੀ ਚੀਜ਼ ਆ? ਉਹਨੇ ਤਾਂ ਪੈਸੇ ਵੱਟ ਲਏ ਆਪਦੇ। ਦਲਾਂ ਪੰਥਾਂ ਦੇ ਮੁਖੀ ਇਹ ਅਸੂਲ ਬਣਾਉਣਗੇ, ਲਾਜ਼ਮੀ ਗੱਲ ਆ। ਕਕਾਰ, ਗੁਟਕੇ ਸਾਹਿਬ, ਗੁਰਬਾਣੀ, ਟੀਕੇ, ਗੁਰੂ ਗ੍ਰੰਥ ਸਾਹਿਬ ਸਾਰੇ ਸਰੂਪ ਇੱਕ ਵਾਰੀ ਇਕੱਤਰ ਕਰ ਲਓ, ਸਾਰੇ ਗੁਰਦੁਆਰਾ ਸਾਹਿਬ ਤੋਂ ਸਾਰਾ ਕੁਝ ਚੱਕ ਲਓ। ਫਿਰ ਕਮੇਟੀਆਂ ਆਉਣਗੀਆਂ, ਜ਼ਿੰਮੇਵਾਰੀ ਤੇ ਬਾਈ ਜੀ ਪ੍ਰਧਾਨ ਕੌਣ? ਆਹ
ਜੇ ਸਰੂਪ ਇੱਥੋਂ ਗਾਇਬ ਹੋ ਗਿਆ ਤੇਰੇ ਗੋਲੀ ਮਾਰ ਦਿਆਂਗੇ। ਤੇ ਮੈਂ ਕਹਿੰਦਾ ਨਾਲੇ ਗੁਰਦੁਆਰੇ ਘਟਣਗੇ ਤੇ ਉਹ ਗੁਰਦੁਆਰਾ ਚੱਲੂਗਾ ਬਾਈ ਜੀ ਜਿਹਦੇ ਵਿੱਚ ਕਮੇਟੀ ਸਿਰ ਦੇਣ ਲਈ ਤਿਆਰ ਹੋਈ। ਬੇਅਦਬੀਆਂ ਕਿੱਥੋਂ ਹੋ ਜਾਣਗੀਆਂ ਬਾਈ? ਇੱਥੇ ਹੁਣ ਨਾ ਇੱਕ ਸੰਗਤ ਨੂੰ ਉਮੀਦ ਹੈਗੀ ਆ ਹਾਲੇ ਵੀ, ਕਿਉਂਕਿ ਦੋਸ਼ੀ ਜਿਹੜਾ ਆ ਉਹ ਇਹ ਨਹੀਂ ਹੈਗਾ ਕਿ ਫਰਾਰ ਆ, ਫੜਿਆ ਹੋਇਆ ਉਹਦੇ ਕੋਲੋਂ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਬਹੁਤ ਕੁਝ ਕੱਢ ਕੇ ਲਿਆਂਦਾ ਜਾਂ ਕਮੇਟੀ ਦੇ ਰੂਪ 'ਚ ਤੁਸੀਂ ਨੇ ਕੱਢਿਆ, ਵੀ ਹਾਲੇ ਬਹੁਤ ਕੁਝ ਜਿਹੜਾ ਆ ਉਹ ਸਾਨੂੰ ਪਤਾ ਲੱਗ ਸਕਦਾ। ਮੈਂ ਚਾਹੁੰਦਾ ਵੀ ਸੰਗਤ ਨੂੰ ਜਿਹੜੀ ਉਮੀਦ ਆ ਉਹ ਉਮੀਦ ਨੂੰ ਜੇ ਤੁਸੀਂ ਹੋਰ ਅੱਗੇ ਵਧਾਓ, ਮਤਲਬ ਇਹ ਸਾਰਾ ਕੁਝ ਜਿਹੜਾ ਹੋਇਆ ਇਹਨੂੰ ਪਿੱਛੇ ਛੱਡ ਕੇ ਕੀ ਲੱਗਦਾ ਵੀ ਹੁਣ ਕਿਸ ਤਰੀਕੇ ਦੇ ਨਾਲ ਵਾਕਈ ਅਸੀਂ ਕੁਝ ਹਾਸਲ ਕਰ ਸਕਦੇ ਹਾਂ, ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ ਵੀ ਇਹ ਸਾਰਾ ਕੁਝ ਜਿਹੜਾ ਇੱਥੇ ਵਾਪਰਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ, ਇਹਦੇ ਪਿੱਛੇ ਅਸਲ ਦੇ ਵਿੱਚ ਹੈ ਕੌਣ? ਇਹ ਜਿਹੜੀ ਗੱਲਬਾਤ ਹੈਗੀ ਨਾ ਬਾਈ, ਇਹਦਾ ਮਤਲਬ ਇਹ ਆ, ਉਮੀਦ ਦੀ ਗੱਲ ਕਰਦੇ ਹਾਂ ਆਪਾਂ, ਹਨਾ। ਉਹਦੇ ਲਈ ਤੁਸੀਂ ਮੈਨੂੰ ਇਹ ਦੱਸੋ, ਜਿਹੜੀਆਂ ਹੁਣ ਤੱਕ ਬੇਅਦਬੀਆਂ ਹੋਈਆਂ ਉਹਦੀਆਂ ਵੀ ਕਮੇਟੀਆਂ ਸਾਰਿਆਂ ਦੀਆਂ ਬਣੀਆਂ। ਕਿਸੇ ਕਮੇਟੀ ਨੇ ਤੇ ਕਮੇਟੀ ਮੈਂਬਰ ਨੇ ਇੰਨੇ ਖੁਲਾਸੇ ਕੀਤੇ 2 ਦਿਨਾਂ ਪਿੱਛੋਂ? ਨਹੀਂ ਨਾ ਕੀਤੇ। ਮੈਂ ਵੇਚਣ ਵਾਲਾ ਨਹੀਂ, ਝੁਕਣ ਵਾਲਾ ਨਹੀਂ, ਤੇ ਮੈਂ ਕਿਸੇ ਦਾ ਖਰੀਦਿਆ ਬੰਦਾ ਨਹੀਂ ਹੈਗਾ, ਨਾ ਹੀ ਮੈਂ ਕਿਸੇ ਕਮੇਟੀ ਦਾ ਬੰਦਾ। ਮੈਂ ਸੰਗਤ ਦਾ ਬਣਾਇਆ, ਇੱਥੋਂ ਤੱਕ ਪਹੁੰਚਿਆ। ਉਮਰ 27 ਸਾਲ ਆ ਤੇ ਜ਼ਿੰਮੇਵਾਰੀ ਕਿੱਡੀ ਵੱਡੀ ਆ। ਜ਼ਿੰਮੇਵਾਰੀ ਸਾਡੇ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੀ ਆ, ਅੰਮ੍ਰਿਤਪਾਲ ਸਿੰਘ ਤੇ। ਉਮਰ 27 ਸਾਲ ਆ। ਜਿਹੜੇ ਹਜੇ ਤੱਕ ਉਹ ਕਮੇਟੀਆਂ ਨੇ ਕੁਛ ਸਾਹਮਣੇ ਨਹੀਂ ਲਿਆਂਦਾ ਤੇ ਮੈਂ ਇੰਨਾ ਕੁਛ ਸਾਹਮਣੇ ਰੱਖਤਾ, ਤੇ ਹੁਣ ਜਿਹੜੇ ਬੰਦਿਆਂ ਨੇ ਵਿੱਚੋਂ ਕਢਾਤਾ ਕੀ ਪਛਤਾਉਣਗੇ ਨਾ। ਤੇ ਮੇਰੇ 2 ਦਿਨ ਹਜੇ ਰਹਿੰਦੇ ਸੀ ਬਾਈ। 2 ਦਿਨ ਕਾਹਦੇ ਰਹਿੰਦੇ ਸੀ? 3 ਦੂਣੀ 6 ਘੰਟੇ ਰਹਿੰਦੇ ਸੀ। 6 ਘੰਟਿਆਂ 'ਚ ਤਾਂ ਮੈਂ ਤਾਂ ਉਹਨੂੰ ਪਾੜ ਕੇ ਰੱਖ ਦਿੰਦੇ ਬੰਦੇ ਨੂੰ। ਸਾਨੂੰ ਹੋਰ ਬੰਦੇ ਚਾਹੀਦੇ ਸੀ। ਸਾਨੂੰ ਮੈਂ ਅਪਡੇਟ ਕੀ ਦੇਵਾਂ? ਹਜੇ ਪਰਮਜੀਤ ਹਰਪ੍ਰੀਤ ਕੌਰ ਇਹਦੇ ਘਰ ਵਾਲੀ ਫਰਾਰ ਆ। ਜੇ ਗਲਤ ਆ ਤਾਂ ਫਰਾਰ ਆ, ਇਹਦਾ ਰਿਮਾਂਡ ਚਾਹੀਦਾ, ਪੁੱਛ ਗਿੱਛ ਸਾਡੇ ਸਾਹਮਣੇ ਹੋਣੀ ਸੀ। ਤੁਹਾਨੂੰ ਕੀ ਕੁਛ ਦੱਸਣਾ ਸੀਗਾ। ਬਾਲ ਸਿੰਘ ਦੀ ਵੀ ਦੁਬਾਰਾ ਪੁੱਛ ਗਿੱਛ ਚਾਹੀਦੀ ਆ, ਮਾਮੇ ਦੀ। ਪਿੱਛੇ ਕਿਉਂ ਆਇਆ? ਇਹਦੇ ਵੀ ਹਜੇ ਸਵਾਲ ਆ। ਜਿਹੜੇ ਬੰਦੇ ਨੇ ਇਹਨੂੰ ਇਸ਼ਾਰਾ ਕੀਤਾ ਬੇਅਦਬੀ ਕਰਨ ਲਈ, ਉਹ ਬੰਦਾ ਵੀ ਨਹੀਂ ਮੈਂ ਹਜੇ ਤੱਕ ਵੇਖਿਆ। ਇਹ ਵੀ ਸਵਾਲ ਆ। ਕਿਹਦੇ ਨਾਲ ਅੰਮ੍ਰਿਤ ਛਕ ਕੇ ਆਇਆ ਇਹ ਜਾ ਕੇ? ਇਹ ਵੀ ਸਵਾਲ ਆ। ਕਿਹਦੇ ਨਾਲ ਗਿਆ ਛਕਣ ਤੇ 2 ਤਰੀਕ ਨੂੰ ਪੁੱਛਣ ਗਿਆ ਇਹ ਮੈਂ ਅੰਮ੍ਰਿਤ ਛਕਣਾ? ਇਹ ਵੀ ਸਵਾਲ ਆ। ਕਨੈਕਟ ਸਕੂਟਰੀ ਆ ਜਿਹੜੀ ਚਿੱਟੇ ਰੰਗ ਦੀ, ਕਿੱਥੋਂ ਆਈ, ਕੀ ਨੰਬਰ ਆ? ਇਹ ਵੀ ਸਵਾਲ ਆ। ਤੇ ਇਹ ਬਾਈ ਜੀ ਜੇ ਮੈਂ ਪਤਾ ਕਰੂੰਗਾ ਤੇ ਤਾਂ ਹੀ ਸੰਗਤ ਨੂੰ ਦੱਸੂਗਾ। ਇਹ ਚੀਜ਼ਾਂ ਕਿਤੇ ਮੈਂ ਘਰੋਂ ਥੋੜੀ ਲੈ ਕੇ ਲਿਆਇਆ। ਆਹ ਵੇਖੋ, ਥਾਣਾ ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ, ਸੀਏ ਸਟਾਫ ਦੇ ਪੇਪਰ ਆ ਨਾ ਇਹ। ਤੇ ਹੁਣ ਆਹ ਉਹਦੀ ਬੈਂਕ ਸਟੇਟਮੈਂਟ ਦੇਖ ਲਓ। ਕਿਸੇ ਦੀ ਤੁਸੀਂ ਫਾਦਰ ਸਾਹਿਬ ਦੀ ਆਪਦੀ ਬੈਂਕ ਸਟੇਟਮੈਂਟ ਨਹੀਂ ਲੈ ਸਕਦੇ ਜਾ ਕੇ। ਕਿਸੇ ਨੂੰ ਅਥਾਰਟੀ ਹੈ ਨਹੀਂ ਕਿਸੇ ਦੀ ਬੈਂਕ ਸਟੇਟਮੈਂਟ। ਤੇ ਇਹ ਤਾਂ ਮੇਰਾ ਲੱਗਦਾ ਹੀ ਕੁਛ ਨਹੀਂ। ਤੇ ਮੇਰੇ ਕੋਲੇ ਆਹ ਵੇਖੋ, ਪਰਮਜੀਤ ਸਿੰਘ ਨਾਂ ਲਿਖਿਆ ਹੋਇਆ, ਡੇਟ ਲਿਖੀ ਹੋਈ ਆ 14 ਸਤੰਬਰ। ਅੱਜ ਕਿੰਨੀ ਹੋ ਗਈ? 15। ਤੇ ਕੱਲ੍ਹ ਦੀ ਆ। ਤੇ ਬਾਈ ਜੀ ਕੱਲ੍ਹ ਦੀ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਈ ਜਾਣਾ ਨਾ। ਹਰੇਕ ਵਾਰੀ ਇਹਨੂੰ 70 ਤੋਂ 80 ਹਜ਼ਾਰ ਰੁਪਈਆ ਇਹਦੇ ਮਹੀਨੇ ਦੇ ਖਾਤੇ 'ਚ ਆਉਂਦਾ ਵਾ ਬੰਦੇ ਦੇ। ਤੇ ਆ ਬੈਂਕਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ। ਤੇ ਇਹ ਕੌਣ ਦੱਸੂਗਾ? ਕਿੱਥੇ ਸਿੱਖਾਂ ਨੂੰ ਚਾਹੀਦਾ ਸੀ, ਸੰਗਤ ਨੂੰ ਚਾਹੀਦਾ ਸੀ, ਚੌਥੇ ਦਿਨ ਮੇਰਾ ਕੰਮ ਖਤਮ ਹੁੰਦਾ, ਬੰਦਾ ਜਾਂਦਾ ਜੇਲ੍ਹ 'ਚ। 5ਵੇਂ ਦਿਨ ਮੈਂ ਸਾਰਾ ਕੁਛ ਉੱਥੇ ਸਕਰੀਨ ਲਾਉਂਦਾ ਸਾਹਮਣੇ ਬੋਰਡ ਉੱਤੇ, ਜਿੱਥੇ ਸਾਰੀ ਸੰਗਤ ਬਹਿੰਦੀ, ਜਾਂ ਦੀਵਾਨ ਹਾਲ 'ਚ। ਤੇ ਮੈਂ ਸਾਰਾ ਕੁਝ ਸਮਝਾਉਂਦਾ ਵੀ ਇੱਥੋਂ ਬੰਦਾ ਤੁਰਿਆ, ਆਹ ਬੰਦੇ ਨੂੰ ਫੋਨ ਲਾਇਆ, ਇੰਨੇ ਵਜੇ ਫੋਨ ਲਾਇਆ, ਆਹ ਬੰਦੇ ਨੇ ਕੰਮ ਕਰਾਇਆ, ਇਹ ਬੰਦੇ ਨੂੰ ਆਹ ਬੰਦਾ ਬਚਾਉਣ ਵਾਲਾ, ਇਹਦਾ ਫੋਨ ਆਹ ਬੰਦੇ ਨੇ ਭੰਨਿਆ, ਇਸ ਕਰਕੇ ਭੰਨਿਆ। ਬਾਈ ਜੀ ਕਿੱਥੋਂ ਤੱਕ ਗੱਲ ਜਾਣੀ ਸੀ? ਗੌਰਮੈਂਟ ਦੇ ਬੰਦੇ ਕਿਹੜੇ ਕਿਹੜੇ ਵਿੱਚ ਕੱਢ ਲੈਣੇ ਸੀ ਬਾਈ? ਕੌਣ ਕੌਣ ਇੱਥੋਂ ਰਲਿਆ ਕੱਢ ਲੈਣੇ ਸੀ। ਇਹਦਾ ਡੈਡੀ ਪਰਮਜੀਤ ਸਿੰਘ ਦਾ ਪਿਤਾ ਗੁਰਮੇਲ ਸਿੰਘ ਜਦੋਂ ਇੰਡੀਆ ਆਇਆ ਸੀ, ਮਾਰਚ ਦੀ ਗੱਲ ਹੈ ਇਹ 2020 ਦੀ, ਇੰਡੀਆ ਆਇਆ ਸੀ ਤੇ 3 ਬੰਦਿਆਂ ਨੂੰ ਮਿਲਿਆ। ਹੁਣ ਮੈਨੂੰ ਕੋਈ ਦੱਸ ਸਕਦਾ ਕਿਹਨੂੰ ਕਿਹਨੂੰ ਮਿਲਿਆ? ਇਹ ਕੋਈ ਨਹੀਂ ਦੱਸ ਸਕਦਾ। ਕਿਹਦੇ ਕਿਹਦੇ ਨੰਬਰ ਇਹਨੇ ਬਾਹਰੋਂ ਮੰਗਾਏ ਦੱਸ ਦਿਓ ਕੋਈ? ਨਹੀਂ ਨਾ। ਮੈਂ ਤੁਹਾਨੂੰ ਦੱਸਦਾ, ਸਿੰਗਲਾ ਪ੍ਰੇਮੀ, ਕਮਲ ਪ੍ਰੇਮੀ, ਪੂਰਨ ਪ੍ਰੇਮੀ, 3 ਬੰਦਿਆਂ ਦੇ ਇਹਨੇ ਨੰਬਰ ਮੰਗਾਏ ਸੀ ਗੱਲ ਕਰਨ ਵਾਸਤੇ। ਇਹਨਾਂ ਨੂੰ ਮਿਲਿਆ ਵੀ ਹੈ ਤੇ ਆਹ ਥੱਲੇ ਉਹਨੇ ਨੰਬਰ ਲਿਖੇ। ਮੈਂ ਜ਼ਾਹਰ ਨਹੀਂ ਕਰ ਸਕਦਾ ਗਾ। ਉਦੋਂ ਬਾਅਦ ਮੇਰੇ ਸਵਾਲ ਆ ਸਾਰੇ ਖੜੇ ਹੋ ਗਏ। ਤੇ ਇਹਨਾਂ ਬੰਦਿਆਂ ਨੂੰ ਵੀ ਸਾਨੂੰ ਲੋੜ ਆ ਚਾਹੀਦੀ। ਅੱਛਾ, ਤੁਸੀਂ ਕਿਹਾ ਨਾ ਕਿ ਸਾਰੇ ਜਣੇ ਪੁੱਛੀ ਜਾਂਦੇ ਸੀਗੇ ਵੀ ਸਬਰ ਨਹੀਂ ਦਿਖਾਇਆ ਹੈਗਾ ਵੀ ਕੀ ਹੋਇਆ। ਜਦੋਂ ਅੱਜ ਤੁਸੀਂ ਸਾਰਿਆਂ ਨੂੰ ਦੱਸਿਆ ਵੀ ਆਹ ਗੱਲਾਂ ਹੋਈਆਂ, ਉਸ ਤੋਂ ਬਾਅਦ ਉਹਨਾਂ ਦੇ ਸਵਾਲ ਮੁੱਕੇ, ਮਤਲਬ ਉਹਨਾਂ ਨੂੰ ਲੱਗਿਆ ਵੀ ਹਾਂ ਅੰਮ੍ਰਿਤਪਾਲ ਨੇ ਜੋ ਦੱਸਿਆ ਵੀ ਸਾਨੂੰ ਲੱਗਦਾ ਸੀਗਾ ਵੀ ਸ਼ਾਇਦ ਇਹ ਨਹੀਂ ਦੱਸ ਰਿਹਾ ਜਾਂ ਅੰਦਰ ਕਿਸੇ ਨਾਲ ਮਿਲਿਆ ਹੋਇਆ। ਫਿਰ ਉਸ ਤੋਂ ਬਾਅਦ ਉਹਨਾਂ ਦਾ ਰਿਸਪੌਂਸ ਕੀ ਸੀਗਾ ਵੀ ਅੰਮ੍ਰਿਤਪਾਲ ਨੂੰ ਅਗਲੀ ਕਮੇਟੀ 'ਚ ਸ਼ਾਮਲ ਹੋਣਾ ਚਾਹੀਦਾ, ਅਗਲੀ ਤਫਤੀਸ਼ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜਾਂ ਨਹੀਂ? ਜਾਂ ਫਿਰ ਵੀ ਉਹ ਵਿਰੋਧ ਕਰਦੇ ਰਹੇ ਜਿਨ੍ਹਾਂ ਕਰਕੇ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਮਨ ਟੁੱਟਿਆ? ਨਹੀਂ, ਮਨ ਕਾਹਦਾ ਟੁੱਟਿਆ ਬਾਈ? ਅੱਜ ਜਿੰਨਾ ਕੋ ਮੈਨੂੰ ਮਿਲ ਗਿਆ, ਮੇਰੇ ਆਪ ਦੀ ਕਾਰਵਾਈ ਕਰਨ ਨੂੰ ਮੈਨੂੰ ਇਹੀ ਬਹੁਤ ਆ। ਪਰ ਹੁਣ ਉਹ ਕਮੇਟੀ 'ਚ ਨਹੀਂ ਨਾ ਹੈਗੇ, ਤੁਸੀਂ ਖੁਦ ਆਪਣੇ ਲੈਵਲ ਤੇ ਕਰੋਗੇ। ਉਹ ਹੁਣ ਇਹ ਤਾਂ ਮੈਂ ਆਪਦੇ ਲੈਵਲ ਤੇ ਸਾਰੀ ਉਮਰ ਹੀ ਕਰੀ ਜਾਊਂਗਾ। ਮੈਂ ਪਿੱਛੇ ਹਟਣ ਵਾਲਾ ਥੋੜੀ ਆ ਬਾਈ। ਮੇਰੇ ਲਈ ਤਾਂ ਬਹੁਤ ਆਹ, ਮੈਂ ਤਾਂ ਸਿਰੇ ਤੱਕ ਜਾਣਾ। ਮੈਂ ਤਾਂ ਇਹ ਵੀ ਦੇਖਣਾ ਇਹਨਾਂ ਦੇ ਵਿੱਚ ਕਿਹੜਾ ਬੰਦਾ
ਉਹਦੇ ਘਰ ਵਾਲੀ ਪ੍ਰੈਗਨੈਂਟ ਆ, ਉਹਨੂੰ ਮੁੰਡਾ ਹੋਊਗਾ ਕਿ ਕੁੜੀ ਹੋਊਗੀ, ਉਹ ਕਿੱਧਰ ਨੂੰ ਜਾਂਦਾ? ਮੈਂ ਤਾਂ ਇਹ ਵੀ ਨੋਟ ਕਰੂੰਗਾ ਬਾਈ। ਸਾਨੂੰ ਇਹ ਲੋਕਾਂ ਨੇ ਵਿੱਚ ਪੁਆੜਾ ਪਾ ਕੇ ਸਾਨੂੰ ਬਾਹਰ ਕਰਾਤਾ। ਅੱਜ ਦਾ ਦਿਨ ਮੇਰੇ ਲਈ ਮੇਨ ਸੀ, ਕੱਲ ਨੂੰ ਤਾਂ ਬੰਦਾ ਪੇਸ਼ ਹੋਣਾ। ਹੁਣ ਉਹ ਭਾਵੇਂ ਪਛਤਾਈ ਜਾਣ ਤੇ ਭਾਵੇਂ ਗਾਲਾਂ ਕੱਢੀ ਜਾਣ, ਨਾ ਉਹਨਾਂ ਨੂੰ ਫਰਕ ਆ ਤੇ ਨਾ ਮੈਨੂੰ ਫਰਕ ਆ। ਖੇਡ ਹੀ ਸਾਰੀ ਖਰਾਬ ਹੋ ਗਈ। ਠੀਕ ਆ, 4-5 ਬੰਦੇ ਮੈਂ ਸਾਹਮਣੇ, ਹੁਣ ਇੱਕ ਬੰਦਾ ਫੜਿਆ ਗਿਆ, ਉਹਦਾ ਨਾਂ ਪਤਾ ਨਹੀਂ, ਕੋਈ ਨੇਕ ਸਿੰਘ ਆ ਖਣੀ ਕਿ ਨੇਕ ਮਟਰਾਂ ਵਾਲਾ। ਨੇਕ ਮਟਰਾਂ ਵਾਲਾ। ਸਵਾਲ ਇਹ ਖੜਾ ਹੁੰਦਾ, ਨੇਕ ਮਟਰਾਂ ਵਾਲਾ ਅਰੈਸਟ ਹੋਇਆ, ਪੁਲਿਸ ਲੈ ਕੇ ਆਈ ਆ, ਕੌਣ ਆ ਉਹ? ਸਾਰਿਆਂ ਦੇ ਮਨ 'ਚ ਸਵਾਲ ਆ ਨਾ, ਕੌਣ ਆ ਉਹ? ਤੇ ਉਹ ਅਮਰਤਪਾਲ ਸਿੰਘ ਨੇ ਤੁਹਾਨੂੰ ਚੌਥੇ ਦਿਨ ਦੱਸਣਾ ਸੀ ਬਾਈ ਕੌਣ ਆ, ਕਿੱਥੋਂ ਲਿਆਂਦਾ। ਹੋਰ ਕੌਣ ਦੱਸ ਦੂ? ਕਮੇਟੀ ਮੈਂਬਰ ਦੱਸ ਦੇਣਗੇ। ਤੇ ਜੇ ਕਮੇਟੀ ਮੈਂਬਰ ਦੱਸਣਗੇ ਤੇ ਬਰਗਾੜੀ ਦੇ ਕੇਸ 'ਚ ਜਿਹੜੀ ਕਮੇਟੀ ਬਣੀ ਸੀ ਉਹਨਾਂ ਨੂੰ ਵੀ ਪੁੱਛੋ ਬਾਈ ਕੀ ਗੱਲਾਂ ਹੋਈਆਂ ਤੁਹਾਡੀਆਂ ਅੰਦਰ। ਜੋਲੰਗ ਵਾਲੇ 'ਚ ਪੁੱਛ ਲਓ ਵੀ ਕੀ ਗੱਲਾਂ ਹੋਈਆਂ ਤੁਹਾਡੀਆਂ ਅੰਦਰ। ਕਿਸੇ ਨੇ ਨਹੀਂ ਦੱਸਣਾ, ਤੇ ਅਮਰਤਪਾਲ ਸਿੰਘ ਨੇ ਹੀ ਦੱਸਣਾ। ਅਮਰਤਪਾਲ ਸਿੰਘ ਨੂੰ ਸੰਗਤ ਨੇ ਬਣਾਇਆ ਬਾਈ। ਹੁਣ ਨੇਕ ਮਟਰ ਵਾਲਾ, ਹੁਣ ਆਹ ਜਿਹੜੀ ਮੈਂ ਤੁਹਾਨੂੰ ਦੱਸੀ ਆ ਵੀ ਆਹ ਬੰਦੇ ਨੇ ਇਹਨੂੰ ਇਸ਼ਾਰਾ ਕੀਤਾ, ਸ਼ਾਇਦ ਨੇਕ ਮਟਰ ਵਾਲਾ ਹੋਵੇ ਇਹਦੇ ਨਾਲ ਬੈਠਾ। ਅੰਮ੍ਰਿਤ ਛਕਣ ਵਾਲਾ ਨੇਕ ਮਟਰ ਵਾਲਾ ਨਾਲ ਜਾਂ ਰਿਸ਼ਤੇਦਾਰ ਹੋ ਸਕਦਾ। ਇਹਨੂੰ ਪ੍ਰੇਰਿਆ ਕਿਹਨੇ ਵੀ ਅੰਮ੍ਰਿਤ ਛਕ ਜਾ ਕੇ 8 ਦਿਨ ਪਹਿਲੋਂ ਸ਼ਾਇਦ ਨੇਕ ਮਟਰ ਵਾਲਾ ਹੋਵੇ। ਤੇ ਹੁਣ ਮੇਰੇ ਸਾਹਮਣੇ ਹੋਊਗਾ ਤੇ ਉਹ ਬੰਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਨੂੰ ਅੱਜ ਆ ਕੇ ਮੈਂ ਦੱਸਣਾ ਸੀ ਵੀ ਆਹ ਬੰਦੇ ਨੇ ਬੇਅਦਬੀ ਭਾਈ ਐਸ ਕਰਕੇ ਕੀਤੀ ਆ, ਇਹਨੇ ਕਰਵਾਈ ਆ, ਇਹਦਾ ਸਿੱਟਾ ਨਿਕਲਿਆ, ਦੱਸੋ ਹੁਣ ਆਪਾਂ ਕੀ ਕਰੀਏ। ਇਹ ਸਾਰੇ ਨਿਚੋੜ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਨਾ ਕਿ ਸੰਗਤ ਨੇ ਅਮਰਤਪਾਲ ਨੂੰ ਬਣਾਇਆ, ਤੇ ਸੰਗਤ ਦਾ ਸਵਾਲ ਮਨਾਂ 'ਚ ਇਹੀ ਉੱਠਦੇ ਨੇ, ਖਾਸ ਕਰਕੇ ਬਾਹਰ ਬੈਠੇ ਨੇ ਜਿਹੜੇ, ਕਿ ਹੁਣ ਕੀ ਬਣੂਗਾ। ਇਹ ਹੁਣ ਉਹਨਾਂ ਨੂੰ ਹੀ ਪੁੱਛੋ ਜਾ ਕੇ, ਮੈਂ ਤੁਹਾਨੂੰ ਦੱਸ ਦਿੰਦਾ ਬੰਦੇ ਕਿਹੜੇ ਕਿਹੜੇ ਆ। ਵੀ ਅਮਰਤਪਾਲ ਸਿੰਘ ਤਾਂ ਬਾਹਰ ਆ ਗਿਆ, ਉਹਨੇ ਜੇ ਕੁਛ ਦੱਸਣਾ ਸੀ ਸੰਗਤ ਨੂੰ ਦੱਸਤਾ, ਤੇ ਬੜਾ ਵਧੀਆ ਦੱਸਿਆ ਸਾਰਾ ਕੁਛ। ਸਾਨੂੰ ਅੱਖਾਂ ਵੀ ਖੁੱਲ੍ਹ ਗਈਆਂ, ਲਾਹਣਤਾਂ ਵੀ ਪੈ ਗਈਆਂ। ਉਹ ਸਿੱਖੋ ਜਿੱਥੋਂ ਤੁਸੀਂ ਪੈਦਾ ਹੋਏ ਸੀ ਉੱਥੇ ਆ ਕੇ ਤੁਹਾਨੂੰ ਖਤਮ ਕਰਤਾ ਇਹਨਾਂ ਨੇ, ਕਾਮਯਾਬ ਹੋ ਗਏ। ਤੇ ਹੁਣ ਜਿਹੜੇ ਬੰਦਿਆਂ ਨੇ ਅਮਰਤਪਾਲ ਸਿੰਘ ਨੂੰ ਰੌਲਾ ਪਾ ਕੇ ਜਾਂ ਲੜ ਕੇ ਉੱਥੋਂ ਬਾਹਰ ਕਢਾਇਆ, ਬਜ਼ੁਰਗ ਆ ਕੋਈ ਬੰਦਾ, ਪਤਾ ਨਹੀਂ, ਉਹਦੀ ਫੋਟੋ ਹੈਗੀ ਸਾਡੇ ਕੋਲੇ, ਤੇ ਉਹਨੂੰ ਕਿਹਾ ਤੂੰ ਕੀ ਖੱਟ ਲਿਆ 24 ਘੰਟਿਆਂ ਦੇ ਵਿੱਚ, ਕੋਈ ਅਪਡੇਟ ਹੀ ਦੇ ਦੇ। ਮੈਂ ਜਾ ਕੇ ਕਹਿਣਾ ਮੇਰੇ ਤੋਂ ਸਾਰਾ ਕੁਝ ਲੈ ਲਾ, ਮੈਨੂੰ ਇਹ ਦੱਸ ਦੇ ਬੰਦਾ ਨਾਲ ਦਾ ਕੌਣ ਸੀਗਾ। ਸਾਡੀ ਗੱਡੀ 24 ਘੰਟੇ ਤੁਰੀ ਫਿਰਦੀ ਆ ਬਾਈ, ਸਾਰੇ CCTV ਕੈਮਰੇ ਚੈੱਕ ਕਰਦੇ ਆ। ਕਮੇਟੀ 'ਚ ਮੈਨੂੰ ਪਤਾ, ਪੁਲਿਸ ਦੇ ਨਾਲ ਤੁਰਨ ਨਹੀਂ ਦਿੰਦੇ। ਪੁਲਿਸ ਦੇ ਨਾਲ ਜਾ ਕੇ ਅੰਦਰ ਤੁਰ ਕੇ ਕੈਮਰੇ ਚੈੱਕ ਕਰਦਾ ਤੇ ਬਾਹਰ ਬੈਠੇ ਕਹਿ ਦਿੰਦੇ ਰਲ ਗਿਆ ਨਾ ਪੁਲਿਸ ਨਾਲ, ਅੰਦਰ ਬੈਠਾ ਉਹਨਾਂ ਨਾਲ। ਤੁਹਾਨੂੰ ਕੀ ਪਤਾ ਬਾਈ ਅੰਦਰ ਮੈਂ ਕੀ ਗੱਲ ਕਰਦਾ ਉਹਨਾਂ ਨਾਲ? ਆਹ ਗੱਲਾਂ ਹੁੰਦੀਆਂ ਸੀ, ਤੁਹਾਨੂੰ ਦੱਸਤਾ। ਵਿਕ ਗਏ ਅਸੀਂ ਯਾਰ, ਕੀ ਮੁੱਲ ਪੈ ਗਿਆ ਸਾਡਾ? ਆਹ ਮੁੱਲ ਪਾਤਾ, ਗਦਾਰ ਕਹਿਤਾ। ਹੁਣ 2-4 ਦਿਨ ਮੰਗੇ ਤੇ ਦਿਨਾਂ ਦੇ ਵਿੱਚ ਦਿਨਾਂ ਨੂੰ ਵਰਕ ਕਰਨਾ ਬਾਈ। ਦਰਾਹੇ ਲੁਧਿਆਣੇ ਤੇ ਉਹਦੇ ਘਰ ਤੋਂ ਲੈ ਕੇ ਸ੍ਰੀ ਕੇਸਗੜ੍ਹ ਸਾਹਿਬ ਤੱਕ ਕੈਮਰੇ ਚੈੱਕ ਕਰਨੇ ਸਾਰੇ, ਕਿੱਥੇ ਕਿੱਥੇ ਰੁਕਿਆ, ਇਹਨੇ ਸੈਕਟਾਂ ਕਿੱਥੋਂ ਲਈਆਂ। ਮੈਂ ਉਹ ਵੀ ਦੁਕਾਨ ਦਾ ਨਾਂ ਦੱਸ ਦਿੰਦਾ ਤੈਨੂੰ, ਡੱਬਾ ਲਿਆ ਸੈਕਟਰ। ਭਰੋਸਾ ਕਿਉਂ ਨਹੀਂ ਬਣਿਆ ਅਮਰਤਪਾਲ ਜੀ? ਮੈਂ ਇਹੀ ਤਾਂ ਹੀ ਪੁੱਛ ਰਿਹਾ, ਕਿਉਂਕਿ ਜਦੋਂ ਤੁਸੀਂ ਇੰਨਾ ਡੂੰਘਾਈ 'ਚ ਕਰ ਰਹੇ ਹੋ ਸਾਰਾ ਕੁਝ, ਤੁਸੀਂ ਕਹਿ ਰਹੇ ਹੋ ਕਿ ਉਹ ਜਦੋਂ ਬਾਰ-ਬਾਰ ਇਹ ਕਹਿੰਦੇ ਵਿਕ ਗਿਆ, ਆਪਣਿਆਂ ਤੇ ਭਰੋਸਾ ਕਿਉਂ ਨਹੀਂ ਬਣਿਆ ਹੈਗਾ ਜਦੋਂ ਕੰਮ ਇੰਨਾ ਤੁਸੀਂ ਕਹਿ ਰਹੇ ਹੋ ਕਿ ਮੈਂ ਸ਼ਿੱਦਤ ਦੇ ਨਾਲ ਕਰ ਰਿਹਾ? ਸਬਰ ਨਹੀਂ ਹੈਗਾ ਬਾਈ। ਤੂੰ ਮੇਰਾ ਵੱਡਾ ਭਰਾ ਵਾ, ਮੈਂ ਤੈਨੂੰ ਕਹਿਣਾ ਮੈਨੂੰ 10,000 ਰੁਪਈਆ ਦੇ, ਤੁਸੀਂ ਮੈਨੂੰ ਮਨੋ ਦੇਣਾ, ਪਰ ਤੁਹਾਡੇ ਕੋਲੇ ਹੈ ਨਹੀਂ, ਤੁਸੀਂ ਗਾਂਹੋਂ ਪੁੱਛੇ ਹੋਏ ਆ। ਤੇ ਮੈਂ ਵਾਰ-ਵਾਰ ਕਹੀ ਜਾਂਦਾ ਦੇ ਪੈਸੇ ਦੇ ਪੈਸੇ ਦੇ, ਤੇ ਅਖੀਰੀ ਮੈਂ ਕਹੂੰਗਾ ਜਾ ਯਾਰ ਮੈਂ ਨਹੀਂ ਬੁਲਾਉਣਾ ਤੈਨੂੰ, ਪੈਸੇ ਨਹੀਂ ਦਿੰਦਾ। ਇਹਦਾ ਮਤਲਬ ਮੇਰੇ 'ਚ ਸਬਰ ਹੈ ਨਹੀਂ। ਇਹ 'ਚ ਗਲਤੀ ਕਿਹਦੇ 'ਚ ਆ? ਮੇਰੇ 'ਚ ਹੀ ਆ ਜਿਹਦੇ 'ਚ ਸਬਰ ਹੈ ਨਹੀਂ। ਸ਼ਾਇਦ ਮੈਂ 2 ਦਿਨ ਸਬਰ ਕਰ ਲਾ, ਮੈਨੂੰ 10 ਦੀ ਜਗ੍ਹਾ ਤੂੰ 20,000 ਦੇ ਦੇ ਬਾਈ, ਹਾਲੇ 20 ਮਿਲਿਆ, ਤੂੰ 10 ਬਾਅਦ 'ਚ ਦੇ ਦੀ। ਸੰਗਤ ਨੂੰ ਚੁੱਪ ਚਾਹੀਦੀ ਸੀ ਬਾਈ ਜੀ। ਹੁਣ ਅੱਜ ਵੀ ਨਾ ਪਰਸੋਂ ਕੁਛ ਖੱਟਿਆ, ਨਾ ਅੱਜ ਕੁਛ, ਤੇ ਨਾ ਕੱਲ ਨੂੰ ਇਹਨਾਂ ਨੂੰ ਕੁਛ ਮਿਲਣਾ। ਜੇ ਬੰਦੇ ਦੇ ਹੁਣ ਗਾਂਹ ਜਾ ਕੇ ਅਸੀਂ ਸਵਾਲ ਖੜੇ ਕਰਾਂਗੇ ਤੇ ਰਿਮਾਂਡ ਵਧੂਗਾ, ਤੇ ਆਹ ਸਵਾਲ ਬੰਦ ਹੋ ਗਿਆ, ਰਿਮਾਂਡ ਮੇਰੇ ਹਿਸਾਬ ਨਾਲ ਸ਼ਾਇਦ ਹੀ ਮਿਲੇ ਤੇ ਉਹ ਜੇਲ੍ਹ ਉੱਠ ਜੇ। ਤੇ ਇਹ ਵੀ ਹੋ ਸਕਦਾ, ਕੀ ਪਤਾ ਮਹਾਰਾਜ ਦੀ ਕਿਰਪਾ ਨਾਲ ਕੰਮ ਗਾਂਹ ਵੱਧ ਜੇ, ਸ਼ਾਇਦ ਮੈਨੂੰ ਦੁਬਾਰਾ ਸੱਦ ਲੈਣ, ਸ਼ਾਇਦ ਕਹਿਣ ਜਥੇਦਾਰ ਸਾਹਿਬ ਹੋਣਾ ਦੀ ਜਿਹੜੇ ਇੱਥੋਂ ਦੇ ਹੈਗੇ ਆ, ਜਾਂ ਕਿਸੇ ਪੁਲਿਸ ਪ੍ਰਸ਼ਾਸਨ ਦੀ, ਕਿਸੇ ਦੀ ਮਾੜੀ ਮੋਟੀ ਜ਼ਮੀਰ ਜਾ ਕੇ, ਨਹੀਂ ਯਾਰ ਵੀ ਉਹ ਬੰਦਾ ਕਮੇਟੀ 'ਚ ਚਾਹੀਦਾ। ਉਹ ਤੋਂ ਬਿਨਾਂ ਹੁਣ ਮੇਰੇ ਤੋਂ ਬਿਨਾਂ ਕੋਈ ਕਾਪੀ ਪੈਨ ਹੀ ਨਹੀਂ ਲੈ ਕੇ ਗਿਆ। ਇੱਕ ਬੰਦਾ ਲੈ ਕੇ ਗਿਆ ਸੀਗਾ, ਉਹਨੇ ਕਿਸੇ ਨੂੰ ਦੱਸਣਾ ਕੁਛ ਨਹੀਂ। ਠੀਕ ਆ, ਰੌਲਾ ਹੀ ਇਸ ਗੱਲ ਦਾ ਅਮਰਤਪਾਲ ਸਿੰਘ ਨੇ ਸੰਗਤ ਮੂਹਰੇ ਸਾਰੀ ਗੱਲ ਜ਼ਾਹਰ ਕਰ ਦੇਣੀ ਆ। ਸ਼ਾਇਦ ਉਹਨਾਂ ਦਾ ਹੀ ਬੰਦਾ ਤਿਆਰ ਕਰਕੇ ਕਿਹਾ ਹੋਵੇ ਜਾ ਕੇ ਤੂੰ ਟੰਗੜਾ ਛੇਤੀ ਉੱਥੇ ਰੌਲਾ ਪਵੇ, ਤੇ ਅਮਰਤਪਾਲ ਸਿੰਘ ਨੂੰ ਅਸੀਂ ਦਬ ਬਾਹਰ ਕਰੀਏ, ਕਰਤਾ ਬਾਹਰ ਬਾਈ। ਇਹ ਸਾਰੀ ਸੰਗਤ ਦੀ ਮਿਹਰਬਾਨੀ ਹੈ ਬਸ। ਦੇਖੋ, ਅਸੀਂ ਸੁਣ ਰਹੇ ਸੀ ਨਾ ਪਿਛਲੇ ਦਿਨਾਂ ਦੇ ਵਿੱਚ ਕਿ ਫਲਾਣੇ ਪਿੰਡ ਦੇ ਵਿੱਚ ਬੇਅਦਬੀ ਹੋ ਗਈ, ਕਿਉਂਕਿ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਉੱਤੇ ਹਰ ਸਮੇਂ ਪਹਿਰਾ ਨਹੀਂ ਹੁੰਦਾ। ਸਵੇਰੇ ਸ਼ਾਮ ਸੰਗਤ ਆਉਂਦੀ ਆ, ਭਾਈ ਸਾਹਿਬ ਪਾਠ ਕਰਦੇ ਨੇ, ਉਸ ਨਗਰ ਦੇ ਭਲੇ ਦੀ ਅਰਦਾਸ ਹੁੰਦੀ ਆ। ਮੰਨ ਸਕਦੇ ਹਾਂ ਕਿ ਸ਼ਰਾਰਤੀ ਬੰਦੇ ਨੂੰ ਉੱਥੇ ਮੌਕਾ ਮਿਲ ਜਾਂਦਾ, ਪਰ ਇੰਨੇ ਵੱਡੇ ਅਸਥਾਨ ਦੇ ਉੱਤੇ ਇਹੋ ਜਿਹੀ ਘਟਨਾ ਵਾਪਰ ਜਾਣੀ, ਉਸ ਤੋਂ ਬਾਅਦ ਲੋਕਾਂ ਦੇ ਵਿੱਚ ਉਸ ਤਰੀਕੇ ਦਾ ਰੋਹ ਹਾਲੇ ਤੱਕ ਜਿਹੜਾ ਆ ਇੱਥੇ ਆਪਾਂ ਵੇਖਣ ਨੂੰ ਜਿਹੜਾ ਆ ਉਹ ਨਹੀਂ ਮਿਲ ਰਿਹਾ। ਸੰਗਤ ਨੂੰ ਲੱਗਦਾ ਕਿ ਸ਼ਾਇਦ ਕੋਈ ਆਮ ਗੱਲ ਹੋਈ ਆ, ਪਰ ਜੇ ਉਹ ਵੀਡੀਓ ਜਨਤਕ ਹੁੰਦੀ ਆ ਤਾਂ ਸੱਚ ਜਾਣਿਓ
ਬਹੁਤ ਸ਼ਰਮਸਾਰ ਆਪਣੇ ਆਪ ਨੂੰ ਮਹਿਸੂਸ ਕਰੂਗਾ ਹਰ ਬੰਦਾ। ਸੋ ਆਸ ਇਹੀ ਕਰਦੇ ਆ ਵੀ ਜਿਹੜੀ ਜਾਂਚ ਚੱਲ ਰਹੀ ਆ ਆਪਸ ਦੇ ਵਿੱਚ ਜਥੇਬੰਦੀਆਂ ਨੇ, ਜੋ ਸਿੰਘ ਜਾਂਚ ਦੇ ਵਿੱਚ ਸ਼ਾਮਲ ਹੁੰਦੇ ਨੇ, ਜਿਹੜੇ ਹਰ ਵੇਲੇ ਇਹ ਆਸ ਰੱਖ ਰਹੇ ਨੇ, ਉੱਥੇ ਮੌਜੂਦ ਨੇ, ਚਾਹੇ ਉਹ ਕਮੇਟੀ 'ਚ ਹੈਗੇ ਨੇ ਚਾਹੇ ਨਹੀਂ, ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਮਿਲੇ। ਗੁਰੂ ਸਾਹਿਬ ਦਾ ਜੋ ਬੇਅਦਬੀ ਕੀਤੀ ਆ, ਜਿਸ ਬੰਦੇ ਨੇ ਕੀਤੀ ਆ, ਤੇ ਉਹਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਆ, ਸਾਰੀ ਸਾਹਮਣੇ ਆਵੇ। ਕਿਉਂਕਿ ਇਸ ਚੀਜ਼ ਦੇ ਸਾਹਮਣੇ ਆਉਣ ਨਾਲ ਸਿਰਫ ਇਹੀ ਮਸਲਾ ਹੱਲ ਨਹੀਂ ਹੋਣਾ, ਬਹੁਤ ਸਾਰੇ ਮਸਲਿਆਂ ਦਾ ਹੱਲ ਮਿਲ ਜਾਣਾ। ਕਿਉਂਕਿ ਬੇਅਦਬੀ ਦਾ ਮੁੱਦਾ ਸਿਆਸੀ ਲੋਕਾਂ ਨੂੰ ਬਹੁਤ ਰਾਸ ਆਉਂਦਾ। ਪਿਛਲੀ ਵਾਰ ਵੋਟਾਂ ਵੀ ਜਿਹੜੀਆਂ ਨੇ ਇਸ ਮੁੱਦੇ ਦੇ ਆਧਾਰ ਤੇ ਪਈਆਂ, ਪਰ ਉਹ ਇਨਸਾਫ ਨਹੀਂ ਮਿਲਿਆ। ਮੁੱਦਾ ਇਸ ਵਾਰ ਬੇਸ਼ੱਕ ਬਦਲ ਗਿਆ, ਇਸ ਵਾਰੀ ਚੋਣਾਂ ਹੋਰ ਮੁੱਦਿਆਂ ਤੇ ਲੜੀਆਂ ਜਾਣਗੀਆਂ। ਸੋ ਲੋਕਾਂ ਨੂੰ ਜਾਗਰੂਕ ਰਹਿਣ ਦੀ ਲੋੜ ਆ, ਜਾਗਦੇ ਰਹਿਣ ਦੀ ਲੋੜ ਆ, ਕਿਉਂਕਿ ਹਮਲਾ ਜਿਹੜਾ ਆ ਉਹ ਛੋਟਾ ਨਹੀਂ, ਬਹੁਤ ਵੱਡਾ ਹੋਇਆ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।